ਨਾਨਕ ਹਰਿ ਗੁਣ ਗਾਏ ਲੈ ਸਾਧ ਸਰਨ ਜੰਜਾਲ ਕੋਈ ਗਾਵੇ ਕੋ ਸੁਨੇ ਹਰਿ ਨਾਮ ਚਿਤ ਲਾਏ ਸਹਿਜ ਕਬੀਰ ਸੰਸਾਰਨੀ ਅੰਤ ਪਰਮ ਗਤ ਪਾਏ ਸੁਣ ਲੈ ਰੁਖਾਰੀਆ ਸਤਿਗੁਰੂ ਦੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸੇ ਹਉ ਟੁੰਡੇਂਦੀ ਜਗ ਸੋਇਆ ਜਨ ਨਾਨਕ ਵਿਰਲੇ ਕੀ ਡਿਠੀ ਹਬ ਟੰਡੋਲ ਸਿੱਖ ਸਮਾਜ ਨਾ ਕੋਏ ਸੱਜਣ ਤੋਂ ਮੁਖ ਲਗ ਮੇਰਾ ਤਨ ਮਨ ਠੰਡਾ ਹੋਏ ਹਰ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਆਸਾ ਹਰ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਆਸਾ
ਸਾਧ ਸੰਗਤ ਸਾਰੇ ਪ੍ਰੇਮੀ ਵਿਹਾਰਾਂ ਨੂੰ ਛੱਡਦੇ ਹੋਏ ਪੈਰਾਂ ਦੇ ਨਾਲ ਚੱਲ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਪਹੁੰਚੇ ਹਾਂ। ਆਪਣੇ ਗੁਰੂ ਨੂੰ ਨਮਸਕਾਰ ਕਰਦਿਆਂ ਹੋਇਆਂ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਉਸ ਤੋਂ ਬਾਅਦ ਫਿਰ ਬਾਣੀ ਦੀ ਵਿਚਾਰ ਦਾ ਜਿਹੜਾ ਫਿਰ ਰਸ ਆ ਜਿਹਨੂੰ ਸ਼ਾਂਤੀ ਕਿਹਾ ਜਾਂਦਾ, ਉਸ ਨੂੰ ਆਪਾਂ ਮਨ ਨੂੰ ਇਕਾਗਰ ਕਰਦੇ ਹੋਏ ਅਨੁਭਵ ਕਰਨਾ। ਜਦੋਂ ਮਨ ਇਕਾਗਰ ਹੋਵੇਗਾ ਤਾਂ ਫਿਰ ਇਸ ਦਾ ਜੀਵਨ ਜਿਹੜਾ ਉਹ ਆਨੰਦਮਈ ਬਣ ਜਾਵੇਗਾ, ਗ੍ਰਸਤ ਵੀ ਸਫਲਾ ਹੋ ਜਾਵੇਗਾ ਅਤੇ ਪਰਮਾਰਥ ਵੀ ਸਫਲਾ ਹੋ ਜਾਵੇਗਾ। ਜੇ ਇਸਨੇ ਮਨ ਨੂੰ ਹੋਰ ਪਾਸੇ ਵਰਤੋਂ ਕਰੀ ਮਨ ਦੀ ਤਾਂ ਫਿਰ ਇਸਦੇ ਦੋ ਹੀ ਲੋਕ ਵਿਗੜ ਜਾਣਗੇ। ਨਾ ਤਾਂ ਆਹ ਲੋਕ ਸਿਮਰੇ, ਨਾ ਜਿੱਥੇ ਅੱਗੇ ਜਾਣਾ ਪਰਲੋਕ ਦੇ ਵਿੱਚ ਉਹ ਲੋਕ ਸਿਮਰੇ। ਫਿਰ ਤਾਂ ਇਸ ਧਰਤੀ ਦੇ ਉੱਤੇ ਇਹ ਠੇਡੇ ਖਾਂਦਾ ਫਿਰੇਗਾ ਤ੍ਰਿਜੂਨੀਆਂ ਦੇ ਵਿੱਚ। ਜੋ ਕੁਛ ਕਰਨਾ ਮਨ ਨੇ ਕਰਨਾ, ਜੋ ਕੁਛ ਧਾਰਨ ਕਰਨਾ ਮਨ ਨੇ ਕਰਨਾ, ਜੋ ਕੁਛ ਵਿਗਾੜਨਾ ਮਨ ਨੇ ਵਿਗਾੜਨਾ। ਉਹ ਜਿਹੜਾ ਮਨ ਹੈ, ਮਨ ਦਾ ਸਰੂਪ ਕੀ ਹੈ? ਮਨ ਦਾ ਸਰੂਪ ਹੈ ਸੰਕਲਪ ਵਿਕਲਪ, ਯਾਨੀ ਇਹ ਕੁਛ ਨਾ ਕੁਛ ਕਰਦਾ ਰਹਿੰਦਾ। ਯਾਨੀ ਜਾਗਰਤ ਦੇ ਵਿੱਚ ਤਾਂ ਇਹਨੇ ਕਰਨਾ ਹੀ ਆ, ਇਹ ਤਾਂ ਸੁਪਨੇ ਦੇ ਵਿੱਚ ਵੀ ਕਰੀ ਜਾਂਦਾ ਕੁਛ ਨਾ ਕੁਛ। ਭਲਾ ਜਾਗਰਤ ਦੇ ਵਿੱਚ ਤਾਂ ਦੁਖੀ ਕਰਦਾ ਹੀ ਆਪਾਂ ਨੂੰ, ਇਹ ਸੁੱਤਿਆਂ ਪਿਆਂ ਨੂੰ ਵੀ ਦੁਖੀ ਕਰੀ ਜਾਂਦਾ ਇਹ ਮਨ ਗੁਰਮੁਖੋ। ਇਸ ਮਨ ਨੂੰ ਗੁਰਮੁਖ ਬਣ ਕੇ, ਗੁਰੂ ਵਾਲੇ ਬਣ ਕੇ ਬਾਣੀ ਅਤੇ ਵਿਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਕਹੋ ਬਈ ਪਦਾਰਥ ਹੀ ਸਭ ਕੁਛ ਹੈ, ਠੀਕ ਹੈ, ਗ੍ਰਸਤੀ ਨੂੰ ਪਦਾਰਥਾਂ ਬਿਨਾਂ ਸਰਦਾ ਨਹੀਂ ਹੈ, ਪਰ ਸਭ ਕੁਛ ਪਦਾਰਥ ਨਹੀਂ ਹਨ ਗੁਰਮੁਖੋ। ਹੌਲੀ ਹੌਲੀ ਜਾਦੇ ਬਾਣੀ ਔਰ ਬਾਣੀ ਦੀ ਵਿਚਾਰ ਮਨ ਦੇ ਵਿੱਚ ਕਰੇਗਾ ਤਾਂ ਇਸ ਨੂੰ ਫਿਰ ਵਿਚਾਰ ਪੈਦਾ ਹੋਵੇਗੀ। ਬਈ ਠੀਕ ਹੈ, ਸੰਬੰਧੀ ਜ਼ਰੂਰ ਹਨ ਪਰ ਸਭ ਕੁਝ ਸੰਬੰਧੀ ਹੋਈ ਨਹੀਂ ਹਨ। ਮੇਰਾ ਕੋਈ ਹੋਰ ਫਰਜ਼ ਵੀ ਹੈ। ਉਹ ਫਰਜ਼ ਕੀ ਹੈ? ਪਹਿਲਾਂ ਹਰ ਇੱਕ ਨੂੰ ਤਾਂ ਵਿਚਾਰ ਹੀ ਨਹੀਂ ਆਉਂਦੀ ਹੈ। ਬਹੁਤ ਦੁਨੀਆ ਤਾਂ ਇਤਨੇ ਮਨ ਸਥੂਲ ਅਤੇ ਮੋਟੇ ਹੋ ਗਏ, ਖਿੰਡ ਗਏ, ਇਹ ਸਮਝਦੇ ਨੇ ਵੀ ਸਰੀਰ ਹੀ ਸਭ ਕੁਛ ਹੈ। ਸਰੀਰ ਦੇ ਸੰਬੰਧ ਕਰਕੇ ਖਾ ਪੀ ਲਓ, ਪਦਾਰਥ ਹੀ ਸਭ ਕੁਛ ਹੈ, ਗਾਹਾਂ ਕੁਛ ਨਹੀਂ ਹੈ। ਇਹ ਤਾਂ ਮਨ ਮੱਤ ਆ ਗੁਰਮੁਖੋ। ਇਹ ਗੱਲਾਂ ਤਾਂ ਮਨ ਦੀਆਂ ਬਣਾਈਆਂ ਹੋਈਆਂ ਨੇ, ਗੁਰੂ ਨੇ ਤਾਂ ਨਹੀਂ ਇਹ ਲਿਖਿਆ ਹੈ। ਗੁਰੂ ਸਾਹਿਬ ਤਾਂ ਕਹਿੰਦੇ ਨੇ ਆਏ ਗੁਰਸਿੱਖ ਤੂੰ ਗੁਰੂ ਵਾਲਾ ਬਣ ਕੇ ਗ੍ਰਸਤ ਦੇ ਵਿੱਚ ਰਹਿ, ਕਾਰੋਬਾਰ ਕਰ, ਬੱਚੇ ਪਾਲ, ਸ਼ਰਤਾਂ ਅਸੂਲ ਨਾਲ ਦੱਸ ਦਿੱਤੇ। ਹਰ ਇੱਕ ਕਰਤੱਵ ਦਾ ਅਸੂਲ ਹੁੰਦਾ ਹੈ। ਜਿਹੜੀ ਬਾਜ਼ ਗਵਰਨਮੈਂਟਾਂ ਨੇ ਜਾਂ ਸੰਸਥਾ ਨੇ, ਸੁਸਾਇਟੀਆਂ ਨੇ, ਪਾਰਟੀਆਂ ਨੇ, ਇਹਨਾਂ ਦੇ ਵੀ ਕੋਈ ਅਸੂਲ ਨੇ। ਜਿਹੜਾ ਅਸੂਲ ਦੇ ਵਿੱਚ ਚੱਲੇਗਾ
ਉਹ ਤਰੱਕੀ ਕਰੇਗਾ, ਨਹੀਂ ਫਿਰ ਉਸ ਨੂੰ ਫਟਕਾਰਾਂ ਮਿਲਣਗੀਆਂ। ਆ ਇਸੇ ਤਰ੍ਹਾਂ ਪਰਮੇਸ਼ਰ ਦੇ ਜਿਹੜੇ ਅਸੂਲ ਨੇ ਇਹ ਸੂਖਮ ਨੇ। ਆਓ ਇਹ ਬੱਚਿਆਂ ਦੇ ਵਿੱਚ ਰਹੇ, ਪਦਾਰਥਾਂ ਦੇ ਵਿੱਚ ਰਹੇ, ਪਰ ਗੁਰੂ ਸਾਹਿਬ ਦਾ ਅਸੂਲ ਹੈ ਵੀ ਆਪਣੇ ਨਾ ਸਮਝੇ ਇਹਨਾਂ ਨੂੰ। ਜਿਹਨੇ ਪਦਾਰਥ ਦਿੱਤੇ ਨੇ ਉਸ ਦੇ ਸਮਝ ਕੇ ਵਰਤੀ ਜਾਵੇ। ਐ ਸਿੱਖਾ, ਤੇਰਾ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਏ ਜਨ ਸਫਲਾ ਹੋ ਜਾਏਗਾ। ਜਦ ਤੂੰ ਪਣਤ ਲਿਆਉਣਾ ਨਾ, ਹਉ ਧਾਰਨ ਕਰਦਾ ਪਦਾਰਥਾਂ ਦੇ ਵਿੱਚ, ਫਿਰ ਤੂੰ ਇਤਰ ਜੁਨੀਆਂ ਦੇ ਵਿੱਚ ਜਾਵੇਂਗਾ। ਕੋਈ ਤਾਕਤ ਨਹੀਂ ਜਿਹੜੀ ਤੈਨੂੰ ਰੋਕ ਲਵੇ ਇਹਨਾਂ ਜੁਨੀਆਂ ਦੇ ਵਿੱਚ ਜਾਣ ਤੋਂ। ਵਸ ਜਾਣਾ ਪਵੇਗਾ ਤੈਨੂੰ। ਜੇ ਤਾਂ ਇਹਨਾਂ ਕੋਲੋਂ ਬਚਣਾ, ਜੇ ਤਾਂ ਇਹਨਾਂ ਤੋਂ ਛੁਟਕਾਰਾ ਪਾਉਣਾ, ਜੇ ਇਹਨਾਂ ਤੋਂ ਉੱਚਾ ਹੋਣਾ ਤਾਂ ਤੂੰ ਫਿਰ ਸਮੇਤ ਸਰੀਰ ਦੇ ਜਿੰਨੇ ਸਰੀਰ ਦੇ ਸੰਬੰਧ ਕਰਕੇ ਪਦਾਰਥ ਔਰ ਸੰਬੰਧੀ ਨੇ, ਤੂੰ ਇਹ ਪਰਮੇਸ਼ਰ ਦੇ ਸਮਝਣ ਲੱਗ ਜਾ। ਬਾ ਫਿਰ ਬਰੀ ਹੋ ਜਾਏਗਾ, ਵਰਨਾ ਬੰਨਿਆ ਜਾਵੇਗਾ। ਗੁਰੂ ਸਾਹਿਬ ਜੀ ਨੇ ਆਸਾ ਦੀ ਵਾਰ ਦੇ ਸ਼ਲੋਕ ਦੇ ਵਿੱਚ ਦੱਸਿਆ, ਲਿਖਿਆ, ਜਾਣੀ ਹਉ ਬਾਬਤ ਲਿਖਿਆ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੁੜਿਆਰ ਵਿਚਾਰ, ਹਉ ਵਿੱਚ ਪਾਪ ਪੁੰਨ ਵਿੱਚ, ਹਉ ਵਿੱਚ ਨਰਕ ਸੁਰਗ, ਹਉ ਵਿੱਚ ਹੱਸਾ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਅੱਗੇ ਵੀ ਹੈ, ਜਾਣੀ ਹਉ ਹੈ ਜਿਹੜੀ ਗੁਰਮੁਖੋ। ਇਸ ਦੇ ਕਈ ਨਾਂ ਹੁੰਦੇ ਨੇ ਇੱਕ ਇੱਕ ਚੀਜ਼ ਦੇ। ਦੇਖੋ ਗੁਰਬਾਣੀ ਦੇ ਵਿੱਚ ਮਨ ਨੂੰ ਕਦੇ ਕਿਸ ਤਰ੍ਹਾਂ ਦੱਸਿਆ, ਕਦੇ ਕਿਸ ਤਰ੍ਹਾਂ ਦੱਸਿਆ। ਇਸੇ ਤਰ੍ਹਾਂ ਇੱਕ ਚੀਜ਼ ਦੇ ਬਹੁਤ ਨਾਂ ਹੁੰਦੇ ਹਨ। ਆਓ ਜਿਆਦੇ ਦੇ ਅੰਦਰ ਹਉ ਹੈ ਨਾ, ਗੁਰੂ ਸਾਹਿਬ ਨੇ ਵੀ ਲਿਖਿਆ, ਹਉਮੈ ਨਾਮੈ ਨਾਲ ਵਿਰੋਧ ਹੈ, ਦੋ ਨਾ ਬਸੇ ਇਕ ਠਾਏ। ਹੁਣ ਦੋ ਵਿਰੋਧੀ ਪਦਾਰਥ ਕਿਵੇਂ ਇੱਕ ਜਗ੍ਹਾ ਰਹਿ ਜਾਣਗੇ? ਦੁਨਿਆਵੀ ਲੈ ਲਓ, ਆਮ ਦੁਨੀਆ ਦਾ, ਜਿਹਦੇ ਨਾਲ ਸਿਰ ਵੱਢਵਾਂ ਬੈਰ, ਉਹ ਇਕੱਠੇ ਬਹਿ ਕੇ ਰੋਟੀ ਖਾ ਲੈਣਗੇ? ਨਹੀਂ ਖਾ ਸਕਦੇ। ਇਸੇ ਤਰ੍ਹਾਂ ਹੀ ਨੇਰੇ ਤੇ ਚਾਨਣੇ ਦਾ ਵੀ ਬੈਰ ਆ, ਇਕੱਠੇ ਨਹੀਂ ਹੋ ਸਕਦੇ ਕਦੇ ਵੀ। ਇਸੇ ਤਰ੍ਹਾਂ ਨਾਮ ਤੇ ਹਉਮੈ ਦਾ ਵੀ ਬੈਰ ਆ, ਦੋ ਨਹੀਂ ਰਹਿਣਗੇ, ਇੱਕ ਰਹੂਗਾ। ਮਨ ਨੇ ਇੱਕ ਗੱਲ ਫੜਨੀ ਹੈ, ਦੋ ਨਹੀਂ ਫੜਨੀਆਂ। ਦੋ ਫੜਨ ਦੀ ਉਹਦੇ 'ਚ ਤਾਕਤ ਹੀ ਨਹੀਂ ਹੈ, ਇੱਕ ਹੀ ਫੜੇਗਾ। ਦੱਸਿਆ ਵੀ ਮਨ ਹੈ ਜਿਹੜਾ, ਜੇ ਤਾਂ ਹਉ ਹੈ ਤਾਂ ਉੱਥੇ ਨਾਮ ਨਹੀਂ ਕਦੇ ਵੀ ਨਿਵਾਸ ਕਰੇਗਾ। ਜੇ ਨਾਮ ਹੈ ਤਾਂ ਫਿਰ ਉੱਥੇ ਹਉ ਨਹੀਂ ਨਿਵਾਸ ਕਰੇਗੀ। ਜਿੱਥੇ ਨਾਮ ਹੈ ਉੱਥੇ ਇਸ ਦੀ ਛੁਟਕਾਰਾ ਇਸ ਦਾ। ਜਿੱਥੇ ਹਉ ਹੈ ਉੱਥੇ ਇਸ ਬੰਨਣ ਦੇ ਵਿੱਚ ਪੈ ਜਾਵੇਗਾ। ਉਹ ਮਨ ਹੈ ਜਿਹੜਾ, ਮਨ ਦੁਆਰਾ ਹੀ ਇਸ ਨੇ ਹਰ ਇੱਕ ਵਸਤੂ ਪ੍ਰਾਪਤ ਕਰਨੀ ਹੈ। ਮਨ ਦਾ ਹੀ ਭਟਕਾਇਆ ਹੋਇਆ ਇਹ ਤਰਜੂਨੀਆਂ ਦੇ ਵਿੱਚ ਠੇਡੇ ਖਾਂਦਾ ਫਿਰਦਾ ਹੈ। ਜਿਹਨੇ ਦਿਨ ਇਹਦਾ ਮਨ ਖੜ ਗਿਆ ਨਾ, ਮਨ ਖੜ ਗਿਆ, ਸਮਝੋ ਇਸ ਦਾ ਜਿਹੜਾ ਸਫ਼ਰ ਹੈ ਉੱਥੇ ਹੀ ਬੰਦ ਹੋ ਜਾਵੇਗਾ। ਜਦ ਹੀ ਮਨ ਕਢਾਉਣਾ ਹੀ ਔਖਾ ਗੁਰਮੁਖੋ। ਮਨ ਖੜੇਗਾ ਕਿਵੇਂ?
ਜਦ ਕਿਸੇ ਨੂੰ ਮਨ ਦਵੇਗਾ, ਜਿੰਨਾ ਚਿਰ ਮਨ ਇਸ ਦੇ ਕੋਲ ਰਹੇਗਾ ਤਾਂ ਇਸ ਦੇ ਮਨ ਨੇ ਕਦੇ ਫੁਰਨਾ ਨਹੀਂ ਛੱਡਣਾ ਹੈ। ਜਦ ਗੁਰੂ ਨੂੰ ਮਨ ਦੇ ਦੇਵੇਗਾ ਤਾਂ ਗੁਰੂ ਫਿਰ ਇਸ ਦੇ ਮਨ ਨੂੰ ਕਿਸੇ ਚੰਗੇ ਪਾਸੇ ਲਾਵੇਗਾ। ਜਿਹੜੇ ਜਿਹੜੇ ਗੁਰਸਿੱਖਾਂ ਨੇ, ਆਨ ਮੱਤਾਂ ਦੇ ਪ੍ਰੇਮੀਆਂ ਨੇ, ਮਹਾਂਪੁਰਸ਼ਾਂ ਨੇ ਆਪਣਾ ਮਨ ਹੈ ਨਾ ਜਿਹੜਾ ਉਹ ਗੁਰੂ ਨੂੰ ਦੇ ਦਿੱਤਾ, ਤਾਂ ਸਮਝੋ ਉਸ ਦਾ ਮਨੁੱਖਾ ਰੂਪੀ ਜਿਹੜਾ ਕਾਰਜ ਆ ਉਹ ਰਾਸ ਹੋ ਗਿਆ। ਜਿਤਨਾ ਚਿਰ ਆਪਣਾ ਸਮਝਦਾ ਮਨ ਨੂੰ, ਤਾਂ ਇਹ ਜਿਹੜਾ 84 ਦਾ ਚੱਕਰ ਆ ਇਹ ਕਦੇ ਮਿਟੇਗਾ ਨਹੀਂ। ਇਹ ਅਸੂਲ ਹੈ ਪਰਮੇਸ਼ਰ ਦਾ, ਇਸ ਨੂੰ ਕੋਈ ਅਦਲੀ ਬਦਲੀ ਨਹੀਂ ਕਰ ਸਕਦਾ। ਜਿਹੜਾ ਸੱਤ ਅਸੂਲ ਹੁੰਦਾ ਨਾ, ਇੱਕ ਝੂਠਾ ਅਸੂਲ ਹੁੰਦਾ, ਉਹ ਤਬਦੀਲੀ ਪਜੀਰ ਹੁੰਦਾ, ਬਦਲੀ ਖਾ ਜਾਂਦਾ। ਪਰ ਜਿਹੜਾ ਪਰਮੇਸ਼ਰ ਦਾ ਅਸੂਲ ਆ ਉਹ ਸੱਤ ਹੈ, ਉਸ ਨੂੰ ਕੋਈ ਬਦਲ ਨਹੀਂ ਸਕਦਾ। ਪਰਮੇਸ਼ਰ ਦਾ ਅਸੂਲ ਹੈ, ਦੇਖੋ ਬੰਦਾ ਜੰਮਦਾ ਫਿਰ ਬਚਪਨ ਆਉਂਦੀ ਹੈ, ਫਿਰ ਜਵਾਨੀ, ਬੁਢੇਪਾ, ਫਿਰ ਮਰ ਜਾਂਦਾ। ਇਸ ਨੂੰ ਕੌਣ ਬਦਲ ਦੇਗਾ? ਹੈ ਕਿਸੇ ਸਾਇੰਸਦਾਨ ਦੇ ਵਿੱਚ ਤਾਕਤ ਬਦਲ ਦੇਵੇ, ਬੱਚਾ ਹੀ ਰੱਖੇ ਜਾਂ ਜਵਾਨ ਹੀ ਰੱਖੇ? ਨਹੀਂ, ਇਸ ਅਸੂਲ ਨੂੰ ਕੋਈ ਜਾਣ ਹੀ ਨਹੀਂ ਸਕਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਮਰਨ ਹੈ, ਇਹ ਵੀ ਪਰਮੇਸ਼ਰ ਦਾ ਅਸੂਲ ਹੈ, ਇਸ ਨੂੰ ਕੋਈ ਬਚਾ ਨਹੀਂ ਸਕਦਾ ਹੈ। ਬੜੇ ਬੜੇ ਸਾਇੰਸਦਾਨ, ਬੜੇ ਬੜੇ ਰਿਸ਼ੀ ਮੁਨੀ, ਅਵਤਾਰ, ਉਹ ਵੀ ਸਾਧ ਸੰਗਤ ਇਸ ਨਿਯਮ ਦੇ ਅਨੁਸਾਰ ਦੁਨੀਆ ਤੋਂ ਚਲੇ ਗਏ। ਪਰਮੇਸ਼ਰ ਦਾ ਅਸੂਲ ਸੱਤ ਹੈ, ਦੁਨੀਆ ਦੇ ਅਸੂਲ ਅਸੱਤ ਨੇ। ਹੁਣ ਤੁਸੀਂ ਲੈ ਲਓ, ਦੁਨਿਆਵੀ ਰਾਜੇ ਨੇ ਜਾਂ ਪਦਾਰਥ ਨੇ, ਬਸ 2 ਸਾਲ ਨਹੀਂ ਪੈਂਦੇ ਬਦਲੀ ਹੋ ਜਾਂਦੀ ਹੈ। ਹੋ ਜਾਂਦੀ ਹੈ ਕਿ ਨਹੀਂ? ਜਿਹੜੇ ਪਰਮੇਸ਼ਰ ਦੇ ਅਸੂਲ ਨੇ ਉਹ ਬਦਲੇ ਨੇ ਕਦੇ? ਦੇਖ ਲਓ, ਜਾਤੇ ਦੁਨੀਆ ਪਰਮੇਸ਼ਰ ਨੇ ਪੈਦਾ ਕਰਤੀ, ਸਾਰੇ ਅਸੂਲ ਘੜ ਦਿੱਤੇ ਵੀ ਇਸ ਤਰ੍ਹਾਂ ਹੋਵੇਗਾ, ਤਾਂ ਉਵੇਂ ਹੀ ਹੁੰਦਾ, ਫਰਕ ਨਹੀਂ ਪੈਂਦਾ ਹੈ। ਇਉਂ ਜਿਆਦਾ ਪਰਮੇਸ਼ਰ ਦੇ ਨਾਲ ਸੁਰਤ ਜੋੜੇਗਾ, ਯਾਨੀ ਮਨ ਜਿਹੜਾ ਗੁਰੂ ਨੂੰ ਦੇ ਦੇਵੇਗਾ। ਗੁਰਬਾਣੀ ਦੇ ਵਿੱਚ ਵੀ ਦੱਸਿਆ, ਮਨ ਵਿੱਚ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ। ਕਾਰਜ ਕੀ ਹੈ? ਮਨੁੱਖਾ ਦੇ ਜਾਣੀ ਮੁਕਤ ਰੂਪੀ ਕਾਰਜ, ਮੁਕਤ ਪ੍ਰਾਪਤ ਹੋ ਜਾਣੀ, ਇਹ ਕਹਿੰਦੇ ਸਫਲਾ ਹੋ ਜਾਂਦਾ। ਜਿੰਨਾ ਚਿਰ ਦੇ ਅੰਦਰ ਅਪਣੱਤਵ ਹੈ ਨਾ, ਕਦੇ ਇਸ ਨੂੰ ਸ਼ਾਂਤੀ ਨਹੀਂ ਆਵੇਗੀ। ਜਦ ਇਹ ਸਭ ਕੁਛ ਗੁਰੂ ਦੇ ਅੱਗੇ ਰੱਖ ਦੇਵੇਗਾ ਨਾ, ਇਹ ਤਾਂ ਬਰੀ ਹੋ ਜਾਵੇਗਾ, ਸ਼ਾਂਤ ਹੋ ਜਾਵੇਗਾ। ਪੜ੍ਹੋ ਪ੍ਰੇਮ ਦੇ ਨਾਲ 3 ਹਿੱਸਿਆਂ ਦੇ ਵਿੱਚ ਬੋਲਣਾ, ਪਹਿਲਾਂ ਜਥਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ। ਸਿਰੇ ਥਾਈਂ ਬੋਲਿਆ ਕਰੋ, ਜਾਂ ਸਾਰੀਆਂ ਬੋਲੋਗੀਆਂ, ਬੱਚਿਆਂ ਨੇ ਆਪੇ ਹੀ ਬੋਲਣੋਂ ਹਟ ਜਾਣਾ। ਜਿਹੜੀ ਨਹੀਂ ਬੋਲੂ ਉਹਦਾ ਬੱਚਾ ਬੋਲੂਗਾ। ਲੈ ਦੇਖ ਲਓ ਪ੍ਰਤਿਆ ਕੇ। Hare
ਨਿਉ ਦੱਸਿਆ ਵੀ ਹੈ ਗੁਰਸਿੱਖਾ, ਤੂੰ ਜੋ ਪਦਾਰਥ ਨੇ ਸਰੀਰ ਦੇ ਸੰਬੰਧ ਕਰਕੇ ਤੈਨੂੰ ਪ੍ਰਾਪਤ ਹੋਏ ਨੇ, ਪਿਛਲੇ ਕਰਮਾਂ ਦਾ ਫਲ ਤੈਨੂੰ ਇੱਥੇ ਮਿਲਿਆ ਹੋਇਆ ਹੈ। ਜੇ ਤੂੰ ਗੁਰੂ ਦੇ ਸਮਝੇਗਾ ਬਰੀ ਹੋ ਜਾਵੇਂਗਾ, ਜੇ ਆਪਣਤ ਧਾਰਨ ਕਰ ਲਵੇਂਗਾ ਤਾਂ ਫਿਰ ਫੜਿਆ ਜਾਵੇਂਗਾ। ਇਹ ਅਸੂਲ ਹੈ ਪਰਮੇਸ਼ਰ ਦਾ, ਅਸੂਲ ਭੰਗ ਕਰਤਾ ਤਾਂ ਇੱਥੇ ਗੌਰਮੈਂਟਾਂ ਨੇ ਜਿਹੜਾ ਬੰਦਾ ਚੋਰੀ ਕਰਦਾ ਉਸ ਨੂੰ ਫੜ ਕੇ ਕੈਦ ਕਰ ਦਿੰਦੇ ਨੇ, ਚਾਟਾ ਵੀ ਛਕਾਉਂਦੇ ਨੇ ਪਹਿਲਾਂ। ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਵੀ ਅਸੂਲ ਹੈ। ਪਰਮੇਸ਼ਰ ਕਹਿੰਦਾ ਹੈ ਇਨਸਾਨ ਜੋ ਕੁਛ ਹੈ ਸਭ ਮੇਰੇ 'ਚੋਂ ਪ੍ਰਾਪਤ ਹੋਇਆ। ਤੈਨੂੰ ਪਹਿਲਾਂ ਮਨੁੱਖਾ ਦੇ ਦੱਸਦਾ ਕਿੱਥੋਂ ਲਿਆਂਦੀ ਹੈ। ਕੀ ਤਾਂ ਆਪ ਬਣਾਈ ਆ ਮਨੁੱਖਾ ਦੇ? ਕੀ ਤਾਂ ਇੰਦਰੀ ਔਰ ਮਨ ਆਪ ਬਣਾਇਆ? ਨਹੀਂ, ਇਹ ਤਾਂ ਕਿਸੇ ਸ਼ਕਤੀ ਦੁਆਰਾ ਵਸਤੂ ਬਣੀ ਹੋਈ ਆ ਗੁਰਮੁਖੋ। ਪਰਮੇਸ਼ਰ ਦੀ ਖੇਡ ਐਸੀ ਇੱਕ ਬਹੁਤ ਸਿਆਮਾ, ਇੱਕ ਫੁਰਨਾ ਕਰਿਆ ਐਵੇਂ ਮੂਲੀ ਜਾਈ। ਇਤਨੇ ਦੇਖੋ ਬ੍ਰਹਮੰਡ ਰਚੇ ਗਏ, ਕਿਸ ਤਰ੍ਹਾਂ ਆਪੇ ਸਾਰਾ ਕਾਰੋਬਾਰ ਹੋਣਾ ਸ਼ੁਰੂ ਹੋਇਆ। ਪਰਮੇਸ਼ਰ ਦਾ ਅਸੂਲ ਆ ਜਿਹੜਾ ਉਸ ਨੂੰ ਭੰਗ ਕਰੇਗਾ ਸਜ਼ਾ ਦਾ ਹੱਕਦਾਰ ਹੋਵੇਗਾ। ਉਹ ਸਜ਼ਾ ਕੀ ਹੈ? ਪਰਮੇਸ਼ਰ ਦਾ ਅਸੂਲ ਭੰਨਣ 'ਤੇ ਦੁਨਿਆਵੀ ਜਿਹੜੇ ਲੋਕ ਹਨ ਇਹਨਾਂ ਦਾ ਜਿਹੜਾ ਵਿਧਾਨ ਉਹਨੂੰ ਭੰਨਣ 'ਤੇ ਕੈਦ ਹੁੰਦੀ ਹੈ। ਜਾਣੀ ਪਰਮੇਸ਼ਰ ਦਾ ਅਸੂਲ ਭੰਨਣ ਸੇ ਇਸ ਨੂੰ ਇਤਰ ਜੂਨੀਆਂ ਦੇ ਵਿੱਚ ਜਾਣਾ ਪੈਂਦਾ। ਇਹ ਵੀ ਕੈਦ ਹੀ ਹੈ। ਇਹ ਤਾਂ ਉਦੋਂ ਵੀ ਬੜੀ ਕੈਦ ਹੈ। ਜਿਹੜਾ ਆਵਾਜ਼ ਅਸੂਲ ਦੁਨੀਆ ਦੇ ਅਸੂਲਾਂ ਤੋਂ ਉਲਟ ਕੋਈ ਗੱਲ ਕਰ ਦਿੰਦਾ ਤਾਂ ਉਸ ਨੂੰ 5-7 ਸਾਲ ਦੀ ਕੈਦ ਹੋ ਜਾਂਦੀ ਹੈ। ਸੁੱਟ ਵੀ ਜਾਂਦੇ ਨੇ, ਅਪੀਲ ਹੋ ਜਾਂਦੀ ਹੈ। ਤੂੰ ਇਉਂ ਦੱਸ, ਜਰਾ ਤੂੰ ਸੂਖਮ ਵਿਚਾਰ ਨਾਲ ਸੋਚ ਕੇ ਦੇਖ, ਜਦ ਤੂੰ ਐ ਸਰੀਰ ਦੇ ਵਿੱਚੋਂ ਨਿਕਲ ਗਿਆ, ਅਪੀਲ ਕਿਹਦੇ ਕੋਲ ਕਰੇਗਾ? ਤੂੰ ਕਿਹੜੇ MLA ਨੂੰ ਲੈ ਕੇ ਆਵੇਂਗਾ? ਫਿਰ ਇੱਥੇ ਤਾਂ ਲੈ ਆਵੇਂਗਾ। ਇਹ ਪਰਮੇਸ਼ਰ ਦਾ ਅਸੂਲ ਹੈ ਐਸਾ ਗੁਰਮੁਖ, ਉੱਥੇ ਕੋਈ ਚਾਰਾ ਨਹੀਂ। ਉਹ ਤਾਂ ਜੋ ਕਰ ਦਿੱਤਾ ਨਾ ਉਹ ਉਸੇ ਤਰ੍ਹਾਂ ਹੀ ਰਹੇਗਾ, ਫਰਕ ਨਹੀਂ ਪਵੇਗਾ। ਆਓ ਫਿਰ ਇਤਰ ਜੂਨੀਆਂ ਦੇ ਵਿੱਚ ਸਜ਼ਾ ਭੁਗਤੇਗਾ। ਇੱਕ ਘੱਟ 84 ਲੱਖ ਜੂਨ ਦੇ ਵਿੱਚ ਦੇਖੋ ਇਤਨੇ ਸਾਲ ਇਹ ਕੈਦ ਕੱਟੇਗਾ, ਕੈਦ। ਔਰ ਇਸ ਕਰਕੇ ਦੱਸਿਆ ਵੀ ਹੈ ਗੁਰਸਿੱਖਾ, ਸਾਰੇ ਮਤਾਂ ਵਾਸਤੇ ਹੀ ਦੱਸਿਆ ਹੋਇਆ ਧਾਰਮਿਕ ਸ਼ਾਸਤਰਾਂ ਨੇ, ਬਈ ਤੂੰ ਗੁਰੂ ਦੇ ਜੋ ਅਸੂਲ ਨੇ ਉਹਨਾਂ ਅਨੁਸਾਰ ਜੀਵਨ ਢਾਲਣਾ ਸ਼ੁਰੂ ਕਰ ਦੇ। ਤੇਰਾ ਗ੍ਰਸਤਵਾ ਜਿਹੜਾ ਸਵਰਗ ਤੋਂ ਵੀ ਚੰਗਾ ਬਣ ਜਾਵੇਗਾ। ਜੇ ਤੂੰ ਨਹੀਂ ਚੱਲੇਗਾ ਤਾਂ ਇੱਥੋਂ ਨਰਕ ਨਾਲੋਂ ਵੀ ਭੈੜਾ ਹੋ ਜਾਵੇਗਾ ਤੇਰਾ ਜਿਹੜਾ ਗ੍ਰਸਤਵਾ। ਉਹ ਸਾਰਾ ਜੋ ਕਿਸਮ ਦੁੱਖ ਸੁੱਖ ਇਹ ਮਨ ਹੀ ਕਰਦਾ, ਮਨ ਨੂੰ ਹੀ ਹੁੰਦਾ ਸਰੀਰ ਦੇ ਸੰਬੰਧ। ਉਹ ਮਨ ਹੈ ਜਿਹੜਾ ਇਸ ਨੂੰ ਤੁਸੀਂ ਪਦਾਰਥ ਪਰਮੇਸ਼ਰ ਦੇ ਕਰਕੇ ਸਮਝੋ। ਛੱਡ ਕੇ ਦੇਖੋ ਫੁਰਨਾ ਜਾਵੇ ਪਰਮੇਸ਼ਰ ਦੇ ਨੇ, ਜਦ ਹੀ ਮਨ ਖੜ ਜਾਵੇਗਾ। ਇਹ ਹਿਲਾਇਆ ਹੋਇਆ ਹੀ ਪਦਾਰਥਾਂ ਦਾ ਬਸ। ਤਾਂ ਹੀ ਦੱਸਿਆ ਨਾ, ਇਸ ਮਨ ਨੂੰ ਜਨਮਾਂ ਜਨਮਾਤਰਾਂ ਦੀ ਮਲ ਲੱਗੀ ਹੋਈ ਆ, ਮਲ। ਕਾਲਾ ਹੋਇਆ ਸ਼ਾਹ, ਸ਼ਾਹ ਕਾਲਾ ਹੋ ਗਿਆ। ਹੁਣ ਪਰਮੇਸ਼ਰ ਦਾ ਭਾਸ ਕਿੱਥੇ ਪਵੇ? ਇਹਨੂੰ ਬਾਣੀ ਦੀ ਵਿਚਾਰ ਕਿਵੇਂ ਪੈਦਾ ਹੋਵੇ? ਇਸ ਨੂੰ ਮਨ ਨੂੰ ਕਾਲੇ ਨੂੰ। ਹਾਂ, ਇੱਕ ਉਪਾਅ ਜ਼ਰੂਰ ਹੈ। ਜਿਸ ਤਰ੍ਹਾਂ ਬਿਮਾਰੀ ਦੀ ਔਸ਼ਧੀ ਜ਼ਰੂਰ ਹੁੰਦੀ ਹੈ, ਇਲਾਜ ਕਹਿ ਲਓ, ਇਸੇ ਤਰ੍ਹਾਂ ਹੀ ਇੱਧਰ ਵੀ ਜਿਹੜਾ ਮਨ ਮੈਲਾ ਨਾ, ਇਹਦਾ ਵੀ ਉਪਾਅ ਗੁਰੂ ਸਾਹਿਬ ਜੀ ਨੇ ਦੱਸਿਆ ਗੁਰਮੁਖੋ। ਜਪਜੀ ਸਾਹਿਬ ਦੇ ਵਿੱਚ ਪੌੜੀ ਉਚਾਰਨ ਕੀਤੀ ਹੈ, ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇ।
ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਤੋਏ। ਦੱਸਿਆ ਵੀ ਕਹਿੰਦੇ ਜੇ ਮਿੱਟੀ ਘੱਟਾ ਲੱਗ ਜਾਵੇ ਜਾਂ ਤੁਰੇ ਜਾਂਦੇ ਹੁੰਦੇ, ਹਨੇਰੀ ਵਗਦੀ ਹੁੰਦੀ ਹੈ, ਉੱਤੇ ਪੈ ਜਾਂਦੀ ਹੈ ਗਰਦ, ਉਹਦਾ ਪਾ ਕੀ ਹੈ? ਆਪਾ ਜ਼ਰੂਰ ਹੈ, ਨਾ ਕਰੇ ਫੇਰ ਨਹੀਂ ਲਹੇਗੀ। ਆਪਾ ਹਰ ਇੱਕ ਵਸਤੂ ਦਾ, ਮਨ ਨੂੰ ਸਾਫ਼ ਕਰਨ ਦਾ ਵੀ ਉਪਾਅ ਹੈ। ਇਸ ਦੇ ਅੰਦਰ ਜਿਹੜੀ ਰੋਸ਼ਨੀ ਹੋਣੀ ਹੈ ਨਾ, ਇਸ ਦੇ ਅੰਦਰ ਉਹਦਾ ਵੀ ਉਪਾਅ ਹੈ। ਹਰ ਇੱਕ ਵਸਤੂ ਦਾ ਉਪਾਅ ਕਰਨਾ ਪਵੇਗਾ। ਖੋਜ ਕਿਹਾ ਜਿਸ ਨੂੰ ਖੋਜ ਸ਼ਬਦ ਮਿਲੇ, ਇਹ ਕਹਾਵਤ ਨਹੀਂ ਹੈ ਖੋਜ ਸ਼ਬਦ ਮਿਲੇ। ਜਿਹੜੇ ਖੋਜਦੇ ਨੇ ਉਹਨਾਂ ਨੂੰ ਪਤਾ ਵੀ ਕੀ ਤਾਕਤ ਆ ਸ਼ਬਦ ਦੇ ਵਿੱਚ। ਉੱਥੋਂ ਪਰਮੇਸ਼ਰ ਪ੍ਰਗਟ ਹੁੰਦਾ ਹੈ। ਨਾਮ ਔਰ ਨਾਮੀ ਦੇ ਵਿੱਚ ਫਰਕ ਨਹੀਂ ਹੈ। ਜਦ ਹੀ ਨਾਮ ਦੇ ਵਿੱਚ ਲੈ ਹੋ ਜਾਵੇਗਾ, ਨਾਮੀ 'ਚ ਵੀ ਲੈ ਹੋ ਜਾਏਗਾ। ਜੇ ਨਾਮ ਦੇ ਵਿੱਚ ਹੀ ਨਹੀਂ ਲੈ ਹੋਇਆ ਤਾਂ ਫਿਰ ਨਾਮੀ ਦੇ ਵਿੱਚ ਨਹੀਂ ਲੈ ਹੋ ਸਕਦਾ ਹੈ। ਨਾਮ ਨੇ ਇਸ ਨੂੰ ਨਾਮੀ ਦੇ ਵਿੱਚ ਲਿਜਾਣਾ। ਆਹ ਦੱਸਿਆ ਬਈ ਉਹ ਜਿਹੜੀ ਧੂੜ ਪਈ ਹੋਈ ਆ ਸਰੀਰ 'ਤੇ, ਉਹਦਾ ਸਾਧਨ ਹੈ। ਤੁਸੀਂ ਪਾਣੀ ਦੇ ਨਾਲ ਸਰੀਰ ਨੂੰ ਧੋ ਲਓ, ਮੈਲ ਹੈ ਜਿਹੜੀ ਸਰੀਰ ਤੋਂ ਉਤਰ ਜਾਵੇਗੀ, ਉਤਰ ਜਾਵੇਗੀ ਨਾ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ। ਜਿਹੜਾ ਵਸਤਰ ਹਨ, ਹੁਣ ਇੱਥੇ ਤਾਂ ਉਹ ਗੱਲ ਹੈ ਨਹੀਂ। ਹੁਣ ਆਪੇ ਇੰਡੀਆ ਦੇ ਵਿੱਚ ਜਾ ਕੇ ਦੇਖੋ, ਜਦ ਬੁੜੀਆਂ ਧਾਰ ਕਰਦੀਆਂ ਨੇ, ਗੋਹੇ ਦੀ ਲਿਬੜੀ ਹੋਈ ਪੂੰਛ ਮੈਂ ਜਿਹੜੀ ਟੂਹੇ 'ਚ ਮਾਰਦੀ ਹੈ ਬੈਠੀ ਦੇ, ਇਉਂ ਫਿਰ ਉਹ ਲੱਗ ਜਾਂਦਾ ਵਸਤਰਾਂ ਨੂੰ। ਉਹ ਸਾਫ਼ ਪਾਣੀ ਨਾਲ ਨਹੀਂ ਦੂਰ ਹੋਵੇਗਾ। ਜਿਹੇ ਜੀ ਮਲ ਹੋਇਆ ਜਾਂ ਸਾਧਨ ਹੁੰਦਾ ਨਾਲ। ਮੂਤ ਪਲੀਤੀ ਕੱਪੜ ਹੋਏ, ਫਿਰ ਉਹ ਜਿਹੜਾ ਕੱਪੜਾ ਸਾਫ਼ ਕਿਵੇਂ ਹੋਵੇਗਾ? ਉਹ ਨਾਲ ਉਸ ਦਾ ਪਾ ਦੱਸ ਦਿੱਤਾ, ਦੇ ਸਾਬੂਨ ਲਈਆ ਉਹ ਤੋਏ। ਸਾਬਣ, ਸੱਜੀ, ਸੋਡਾ, ਨਾਲ ਜੁਗਤੀ ਵੀ ਹੈ। ਜੇ ਤੁਸੀਂ ਸੁੱਕੇ ਲੀੜੇ 'ਤੇ ਸਾਬਣ ਰੱਖ ਦੋਗੇ, ਘਸਾਈ ਜਾਓ, ਕਦੇ ਮੈਲ ਦੂਰ ਹੋ ਜਾਏਗੀ? ਨਹੀਂ, ਜੁਗਤੀਆਂ ਦੁਆਰਾ। ਇਸੇ ਤਰ੍ਹਾਂ ਹੀ ਪਰਮੇਸ਼ਰ ਨੂੰ ਜੁਗਤੀ ਦੁਆਰਾ ਮਿਲ ਹੋਵੇਗਾ, ਐਵੇਂ ਨਹੀਂ ਮਿਲ ਹੋਣਾ। ਕਹਿੰਦੇ ਫਿਰ ਉਸ ਨੂੰ ਪਾਣੀ ਦੇ ਵਿੱਚ ਡੁਬੋ ਕੇ, ਲੀੜੇ ਨੂੰ ਸਾਬਣ ਨੂੰ ਉੱਤੇ ਫੇਰ ਕੇ, ਫਿਰ ਉਹਨੂੰ ਕੁੱਟ ਕੇ ਹੰਗਾਲ ਕੇ, ਪਾਣੀ ਪਾ ਕੇ, ਹੌਲੀ ਹੌਲੀ ਉਸ ਦੀ ਮੈਲ ਆ ਨਾ ਜਿਹੜੀ, ਉਹ ਦੂਰ ਹੋ ਜਾਵੇਗੀ। ਲੀੜਾ ਸਾਫ਼ ਚਿੱਟਾ ਹੋ ਜਾਵੇਗਾ। ਉਹਦਾ ਜਿਹੜਾ ਦੂਸ਼ਣ ਤੀ ਦੂਰ ਹੋ ਗਿਆ। ਉਹ ਸਾਰਿਆਂ ਨੂੰ ਇਹ ਚੰਗਾ ਲੱਗਣ ਲੱਗ ਗਿਆ। ਸਾਫ਼ ਲੀੜਾ ਜਿਹੜਾ ਆਪਣੇ ਆਪ ਨੂੰ ਵੀ ਚੰਗਾ ਲੱਗਣ ਲੱਗ ਗਿਆ ਜਿਹੜਾ ਪਾਉਂਦਾ। ਜਿਹਦਾ ਮਨ ਮੈਲਾ, ਚਾਹੇ ਦੱਸੇ ਚਾਹੇ ਨਾ ਦੱਸੇ, ਉਸ ਨੂੰ ਵੀ ਉਹ ਬੁਰਾ ਲੱਗਦਾ। ਬੁਰਾ ਲੱਗਦਾ, ਉਹਦਾ ਸੁਭਾਅ ਪਿਆ ਹੋਇਆ, ਦੱਸਦਾ ਨਹੀਂ ਹੁੰਦਾ। ਜਿਹੜਾ ਸਾਫ਼ ਮਨ ਤੇ ਸ਼ੁੱਧ ਸਾਫ਼ ਹੈ, ਉਹ ਵੀ ਪਤਾ, ਉਹਦਾ ਵੀ ਪਤਾ ਵੀ ਮੇਰਾ ਮਨ ਸਾਫ਼ ਹੈ। ਉਹ ਸਾਫ਼ ਮਨ ਚੰਗਾ ਲੱਗੇਗਾ। ਖਿੜਿਆ ਤੇ ਮੈਲਾ ਮਨ ਉਹ ਨਹੀਂ ਚੰਗਾ ਲੱਗੇਗਾ। ਜਾਂ ਲੀੜਾ ਨਹੀਂ ਚੰਗਾ ਲੱਗਦਾ, ਮੈਲਾ ਮਨ ਫਿਰ ਕਿਵੇਂ ਚੰਗਾ ਲੱਗੇਗਾ ਗੁਰੂ ਸਾਹਿਬ ਨੂੰ? ਨਹੀਂ ਲੱਗਦਾ। ਪਰਿਆ ਮਤ ਪਾਪਾਂ ਕੈ ਸੰਗ, ਉਹ ਧੋਪਾ ਨਾਵੈ ਕੇ ਰੰਗ। ਹੌਲੀ ਹੌਲੀ ਲਗਾਏ ਨੇ ਨਾ ਗਾਹਨ। ਜਦ ਕੋਈ ਚੀਜ਼ ਸਿੱਧ ਕਰਨੀ ਹੋਵੇ ਤਾਂ 3 ਦ੍ਰਿਸ਼ਟਾਂਤ ਦੱਸਿਆ। ਹੁਣ ਜਿਹੜਾ ਮਨ ਹੈ ਆਪਣਾ, ਇਹ ਕਾਹਦੇ ਨਾਲ ਮੈਲਾ ਹੋਇਆ ਹੋਇਆ? ਇਹ ਪਾਪਾ ਰੂਪੀ ਮਲ ਦੇ ਨਾਲ ਮੈਲਾ ਹੋਇਆ ਹੋਇਆ। ਇਸ ਦਾ ਪਾ ਕੀ ਹੈ? ਧੋਣ ਦਾ। ਕਹਿੰਦੇ ਨਾਮ ਰੂਪੀ ਸਾਬਣ ਲਾਉਣਾ ਸ਼ੁਰੂ ਕਰ ਦਿਓ। ਇਹਦੀ ਵੀ ਜੁਗਤੀ ਹੈ। ਰਾਮ ਰਾਮ ਸਭ ਕੋ ਕਹਾ, ਕਹਿਆ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਹਰ ਇੱਕ ਵਸਤੂ ਕਿਸੇ ਜੁਗਤੀ ਦੁਆਰਾ ਸਿੱਖਣੀ ਪਵੇਗੀ, ਐਵੇਂ ਨਹੀਂ ਆਵੇਗੀ। ਹਜ਼ਾਰ ਤਾਂ ਸਾਰੇ ਹੀ ਬਣੇ ਪਏ ਨੇ, ਚੱਕ ਕੇ ਕੰਮ ਕੌਣ ਕਰ ਲੇਗਾ ਹਜ਼ਾਰਾਂ ਦੇ ਨਾਲ ਜਿਹੜਾ ਸਿੱਖਿਆ ਨਹੀਂ ਹੈ ਅਜੇ? ਐਰੋਪਲੈਨ ਤਾਂ ਖੜਾ ਚਲਾ ਕੇ ਦਿਖਾ ਦੂ ਕੋਈ।
ਜਿਹਨੇ ਮਿਹਨਤ ਕਰੀ ਹੈ, ਉਸਤਾਦ ਦੇ ਜਾ ਕੇ ਹੱਥ ਭਨਾਏ ਨੇ, ਉਹ ਫਿਰ ਜਹਾਜ਼ ਦੇ ਵਿੱਚ ਬੈਠ ਕੇ ਚਲਾਵੇਗਾ। ਹੈ ਤਾਂ ਆਪਣੇ ਵਰਗਾ ਹੀ ਸਰੀਰ ਉਹਦਾ ਵੀ, ਆਪਾਂ ਕਿਉਂ ਨਹੀਂ ਚਲਾ ਸਕਦੇ? ਆਪਾਂ ਨੇ ਉਸ ਦਾ ਜੋ ਸਾਰਾ ਜੁਗਾੜ ਆ ਉਹ ਸਿੱਖਿਆ ਨਹੀਂ ਹੈ। ਇਸੇ ਤਰ੍ਹਾਂ ਹੀ ਪਰਮੇਸ਼ਰ ਨੂੰ ਮਿਲਣ ਵਾਸਤੇ ਜਿੰਨੀਆਂ ਜੁਗਤੀਆਂ ਉਗਤੀਆਂ ਨੇ ਬਾਣੀ ਦੇ ਵਿੱਚ ਦੱਸਿਆ, ਅਭਿਆਸ ਸ਼ਬਦਾਂ ਦਾ ਜਿੰਨਾ ਚਿਰ ਰੋਕਣ ਨਹੀਂ ਕਰਦਾ, ਕਦੇ ਪਰਮੇਸ਼ਰ ਦਾ ਇਹ ਦਰਸ਼ਨ ਨਹੀਂ ਕਰ ਸਕਦਾ। ਬਸ ਜੋ ਨਿਰਗੁਣ ਵਾਹਿਗੁਰੂ ਹੈ। ਆਓ ਦੱਸਿਆ ਵੀ ਜਿਹੜਾ ਮਨ ਹੈ ਇਹ ਵੀ ਪਾਪਾਂ ਰੂਪੀ ਮੈਲ ਦੇ ਨਾਲ ਢਕਿਆ ਹੋਇਆ ਹੈ। ਤਾਂ ਤਿੰਨ ਦੋਸ਼ ਦੱਸਿਆ ਮਨ ਦੇ ਵਿੱਚ, ਇੱਕ ਤਾਂ ਮਲ ਦੋਸ਼ ਹੈ, ਇੱਕ ਵਿਖਸ਼ੇਪ ਦੋਸ਼ ਹੈ, ਇੱਕ ਫਿਰ ਵਰਣ ਦੋਸ਼ ਹੈ। ਤਿੰਨ ਨੇ, ਤਿੰਨਾਂ ਨੂੰ ਜੁਗਤੀ ਦੁਆਰਾ ਲਾਉਣਾ ਇਹਨਾਂ ਨੂੰ। ਜਿਵੇਂ ਧੂੜ ਪਈ ਤੀ ਸਾਫ਼ ਪਾਣੀ ਨਾਲ ਲਹਿ ਗਈ, ਫਿਰ ਮੂਤ ਨਾਲ ਲਿਬੜਿਆ ਕੱਪੜਾ ਸਾਬਣ ਨਾਲ ਧੋ ਲਿਆ, ਫਿਰ ਅੱਗੇ ਹੁਣ ਨਾਮ ਆ ਗਿਆ। ਇਸੇ ਤਰ੍ਹਾਂ ਹੀ ਹੌਲੀ ਹੌਲੀ ਜਿਹੜਾ ਮਲ ਦੋਸ਼ ਹੈ, ਮਲ ਦੋਸ਼ ਦੂਰ ਕਰਨ ਦਾ ਕੀ ਉਪਾਅ ਹੈ? ਗੁਰੂ ਸਾਹਿਬ ਨੇ ਦੱਸਿਆ ਵੀ ਗੁਰਸਿੱਖਾ, ਜੇ ਤਾਂ ਮਲ ਦੋਸ਼ ਦੂਰ ਕਰਨਾ ਤੂੰ ਸੇਵਾ ਕਰ, ਫਿਰ ਪਰਉਪਕਾਰ ਕਰ, ਭਲਾ ਕਰ ਤੂੰ। ਫਿਰ ਜੁਗਤੀ ਵੀ ਹੈ ਨਾਲ। ਜੁਗਤੀ ਕੀ ਹੈ? ਨਿਸ਼ਕਾਮ ਸੇਵਾ ਕਰਨੀ ਹੈ ਬਸ। ਹਰ ਇੱਕ ਚੀਜ਼ ਦਵੰਦ ਪਦ ਦੇ ਵਿੱਚ ਰਚੀ ਹੈ ਨਾ। ਜੇ ਤਾਂ ਤੂੰ ਕੋਈ ਇੱਛਾ ਰੱਖ ਕੇ ਸੇਵਾ ਕਰੇਗਾ, ਤੇਰਾ ਮਲ ਦੋਸ਼ ਨਹੀਂ ਦੂਰ ਹੋਵੇਗਾ। ਕਰੀ ਜਾ, ਚਾਹੇ 7 ਜਨਮ ਕਰੀ ਜਾ, ਕਦੇ ਮਲ ਦੋਸ਼ ਨਹੀਂ ਦੂਰ ਹੋਵੇਗਾ। ਇਹ ਵੀ ਅਸੂਲ ਹੈ ਪਰਮੇਸ਼ਰ ਦਾ। ਅਸੂਲ ਦੁਆਰਾ ਅਵਸਥਾ ਪ੍ਰਾਪਤ ਹੋਵੇਗੀ, ਐਵੇਂ ਨਹੀਂ ਹੋਣੀ ਗੁਰਮੁਖੋ। ਜੇ ਤਾਂ ਸਿੱਖਾ ਮਲ ਦੋਸ਼ ਦੂਰ ਕਰਨਾ ਤਾਂ ਗੁਰੂ ਦੀ ਸੇਵਾ ਤੂੰ ਨਿਰਛਿਤ ਹੋ ਕੇ ਕਰ, ਇੱਛਾ ਨਾ ਰੱਖੀ ਕੋਈ। ਤੇਰਾ ਜਿਹੜਾ ਮਲ ਦੋਸ਼ ਆ ਦੂਰ ਹੋ ਜਾਏਗਾ, ਜਿਹੜਾ ਮਨ ਤੇਰਾ ਪਾਪਾਂ ਨੂੰ ਧਾਉਂਦਾ ਹਟ ਜਾਏਗਾ। ਇਸੇ ਨੂੰ ਇਹ ਮਲ ਦੋਸ਼ ਕਿਹਾ। ਫਿਰ ਵਿਖਸ਼ੇਪ ਆ ਗਿਆ ਅੱਗੇ। ਜਿੰਨਾ ਗੁਰਸਿੱਖਾਂ ਦਾ ਮਲ ਦੋਸ਼ ਦੂਰ ਹੋਇਆ, ਇਸੇ ਤਰ੍ਹਾਂ ਹੀ ਹੋਇਆ। ਨਿਰਬਾਸ਼ਨਾ ਸੇਵਾ ਕਰੀ ਆ ਉਹਨਾਂ ਨੇ। ਗੁਰੂ ਘਰ ਦੀ ਸੇਵਾ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਗੁਰਮੁਖੋ। ਫਿਰ ਆ ਗਿਆ ਵਿਖਸ਼ੇਪ। ਵਿਖਸ਼ੇਪ ਕਿਹਨੂੰ ਕਹਿੰਦੇ ਨੇ? ਮਾਨਾ ਜਿਹੜਾ ਫੁਰਨੇ ਨਹੀਂ ਛੱਡਦਾ ਹੈ, ਵਿਖਸ਼ੇਪ ਕਹਿੰਦੇ ਨੇ ਹਿੱਲਣ ਨੂੰ। ਮਾਨਾ ਜਿਹੜਾ ਫੁਰਨੇ ਕਰੀ ਜਾਂਦਾ ਹਮੇਸ਼ਾ, ਉਸ ਦਾ ਜਿਹੜਾ ਹਿੱਲਣਪਣਾ ਹੈ ਉਹ ਕਿਵੇਂ ਹਟੇਗਾ? ਤੂੰ ਜਿਹੜਾ ਵਾਹਿਗੁਰੂ ਮੰਤਰ ਆ ਨਾ, ਗੁਰ ਸ਼ਬਦ ਜਿਹਨੂੰ ਕਿਹਾ ਜਾਂਦਾ, ਉਸ ਦਾ ਅਭਿਆਸ ਕਰਨਾ ਸ਼ੁਰੂ ਕਰ ਦੇ। ਉਹ ਜਿਹੜਾ ਤੇਰਾ ਹਿੱਲਣਪਣਾ ਨਾ, ਹਿੱਲਣਪਣਾ ਜਾਣੀ ਵਿਖਸ਼ੇਪ ਹੈ, ਜਿਹੜਾ ਮਨ ਖੜਦਾ ਨਹੀਂ, ਪਾਣੀ ਮੰਗਣ ਡੋਲੇ ਖਾਈ ਜਾਂਦਾ, ਉਹ ਸ਼ਬਦ ਦੇ ਵਿੱਚ ਤਾਕਤ ਆ, ਇਸ ਦੇ ਫੁਰਨੇ ਨੂੰ ਨਾਸ ਕਰ ਦੇਵੇਗਾ। ਉਹ ਤਾਕਤ ਹੁੰਦੀ ਹੈ ਨਾ ਹਰ ਇੱਕ ਵਸਤੂ ਦੇ ਵਿੱਚ ਉਹਦਾ ਸੁਭਾਵ ਹੁੰਦਾ, ਉਹਨੂੰ ਤਾਕਤ ਕਿਹਾ ਜਾਂਦਾ। ਜ਼ਿਆਦੇ ਫਿਰ ਸ਼ਬਦ ਦਾ ਅਭਿਆਸ ਕਰੇਗਾ, ਉਹ ਵੀ ਅਭਿਆਸ ਜਿਨ੍ਹਾਂ ਦਾ ਕਰਿਆ ਹੋਇਆ ਨਾ ਸ਼ਬਦ ਦਾ, ਉਹਨਾਂ ਦੁਆਰਾ ਹੋਵੇਗਾ, ਆਪਣੇ ਆਪ ਨਹੀਂ ਹੋਣਾ ਹੈ। ਆਪਣੇ ਆਪ ਤਾਂ ਕੋਈ ਵਸਤੂ ਹੋਏ ਨਹੀਂ ਸਕਦੀ ਹੈ। ਬਸ ਹਰ ਇੱਕ ਵਸਤੂ ਕਿਸੇ ਦੁਆਰਾ ਹੋਵੇਗੀ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਦੱਸਿਆ, ਗੁਰ ਸਤਿਗੁਰ ਗਾ ਜੋ ਸਿੱਖ ਖਾਏ। ਖੈਰ ਹਾਂ ਤਾਂ ਆਪਾਂ ਸਾਰੇ ਹੀ ਸਿੱਖ, ਪਰ ਅਵਸਥਾ ਦੇ ਵਿੱਚ ਫਰਕ ਹੁੰਦਾ। ਗੁਰੂ ਕੋਈ ਪ੍ਰਾਇਮਰੀ ਪੜ੍ਹਿਆ ਹੋਇਆ, ਕੋਈ ਮੈਟ੍ਰਿਕ ਪੜ੍ਹਿਆ ਹੋਇਆ, ਕੋਈ BA ਹੈ, ਕੋਈ MA ਹੈ, ਕਿਸੇ ਨੇ ਹੋਰ 3 ਸਾਲ ਲਾ ਲਏ, ਉਹ ਡਾਕਟਰ ਮੈਡੀਸਨ ਇੰਜੀਨੀਅਰ ਬਣ ਗਿਆ। ਹੁਣ ਜਿਹੜਾ ਪ੍ਰਾਇਮਰੀ ਵਾਲਾ ਉਹ ਤਾਂ ਨਹੀਂ ਇੰਜੀਨੀਅਰ ਬਣ ਸਕਦਾ, ਉਹ ਤਾਂ ਉਨਾ ਹੀ ਰੂਹ ਜਿੰਨਾ ਹੈਗਾ। ਜਿੰਨਾ ਕੋਈ ਬਾਣੀ ਦਾ ਅਭਿਆਸ ਕਰਦਾ, ਉਤਨਾ ਕੁ ਉਸ ਨੂੰ ਫਲ ਮਿਲ ਜਾਂਦਾ।
ਜੇ ਪੂਰਾ ਕਰੇਗਾ ਪੂਰਾ ਹੀ ਮਿਲ ਜਾਵੇਗਾ। ਜਿੰਨੀ ਬਾਣੀ ਦੇ ਵਿੱਚ ਤਾਕਤ ਆ ਸਾਰੀ ਉਹਦੇ ਵਿੱਚ ਆ ਜਾਵੇਗੀ। ਹਾਂ ਦੱਸਿਆ ਵੀ ਬਾਣੀ ਹੈ ਜਿਹੜੀ ਜਦ ਇਹ ਵਿਆਸ ਕਰੇਗਾ ਗੁਰ ਸ਼ਬਦ ਦਾ, ਫਿਰ ਇਹਦਾ ਮਨ ਚੰਚਲਤਾ ਹੀ ਛੱਡ ਦੇਵੇਗਾ, ਟਿਕਣ ਲੱਗ ਜਾਵੇਗਾ। ਟਿਕੇ ਔਰ ਸਾਫ਼ ਮਨ ਦੇ ਵਿੱਚ ਇੱਕ ਚੀਜ਼ ਦਾ ਭਾਸ ਪਵੇਗਾ। ਫਿਰ ਭਾਸ ਜਿਵੇਂ ਆਪਣੇ ਖਿੰਡੇ ਔਰ ਮੈਲੇ ਦੇ ਮਨ ਦੇ ਵਿੱਚ ਭਾਸ ਪੈਂਦਾ, ਕਿਹਦਾ? ਪਦਾਰਥਾਂ ਦਾ ਪੈਂਦਾ ਕਿ ਨਹੀਂ? ਇਸੇ ਤਰ੍ਹਾਂ ਹੀ ਜਦ ਜਗਿਆਸੂ ਵਿਆਸ ਕਰੇਗਾ ਨਾ ਗੁਰ ਸ਼ਬਦ ਦਾ, ਟਿਕੇ ਤੇ ਸਾਫ਼ ਮਨ ਦੇ ਵਿੱਚ ਜੋ ਨਿਰਗੁਣ ਵਾਹਿਗੁਰੂ ਆ ਨਾ ਆਤਮਾ, ਉਹਦਾ ਪਾਸ ਪੈਣਾ ਸ਼ੁਰੂ ਹੋ ਜਾਏਗਾ। ਹੌਲੀ ਹੌਲੀ ਫਿਰ ਅਗਲੀ ਅਵਸਥਾ ਜਿਹੜੀ ਉਸ ਦੇ ਵਿੱਚ ਚਲਿਆ ਜਾਵੇਗਾ ਮਿਹਨਤ ਦੇ ਨਾਲ। ਜੋ ਕੁਛ ਵਸਤੂ ਪ੍ਰਾਪਤ ਕਰੀ ਹੈ ਮਿਹਨਤ ਦੇ ਨਾਲ ਕਰੀ, ਐਵੇਂ ਨਹੀਂ ਹੋਵੇਗੀ। ਉਹ ਮਨ ਮੈਲਾ ਸਾਫ਼ ਕਿਵੇਂ ਹੋਵੇਗਾ? ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਜੁਗਤੀ ਦੱਸੀ ਹੈ, ਸਿੱਖ ਤੂੰ ਫਿਰ ਨਾਮ ਦਾ ਅਭਿਆਸ ਕਰਨਾ ਸ਼ੁਰੂ ਕਰ ਦੇ, ਤੇਰਾ ਜਿਹੜਾ ਇਹ ਦੋਸ਼ ਹੈ ਦੂਰ ਹੋ ਜਾਏਗਾ। ਪੜੋ ਪ੍ਰੇਮ ਨਾਲ। ਤੇਰੀ ਮਤ ਪਾਪਾਂ ਦੇ ਨਾਲ ਭਰ ਲਈ ਹੈ, ਨਾਮ ਜਪੇ ਢੋਲ ਮੰਨਿਆ। ਤੇਰੀ ਮਤ ਪਾਪਾਂ ਦੇ ਨਾਲ ਭਰ ਲਈ ਹੈ, ਨਾਮ ਜਪੇ ਢੋਲ ਮੰਨਿਆ। ਤੇਰੀ ਮਤ ਪਾਪਾਂ ਦੇ ਨਾਲ ਭਰ ਲਈ ਹੈ, ਨਾਮ ਜਪੇ ਢੋਲ ਮੰਨਿਆ। ਤੇਰੀ ਮਤ ਪਾਪਾਂ ਦੇ ਨਾਲ ਭਰ ਲਈ ਹੈ, ਨਾਮ ਜਪੇ ਢੋਲ ਮੰਨਿਆ।
ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਦੱਸਿਆ ਹੈ ਇਨਸਾਨ। ਇੱਥੇ ਮੱਤ ਦੱਸ ਦਿੱਤਾ ਮਨ ਨੂੰ। ਤੇਰੀ ਜਿਹੜੀ ਮੱਤ ਹੈ ਨਾ, ਇੱਕ ਤਾਂ ਖੋਟੀ ਮੱਤ ਹੁੰਦੀ ਹੈ, ਇੱਕ ਚੰਗੀ ਮੱਤ ਹੁੰਦੀ ਹੈ। ਖੋਟਾ ਪਾਣਾ ਮੈਲ, ਕਹਿਣ ਲੱਗੇ ਇਹ ਸਾਫ਼ ਕਾਹਦੇ ਨਾਲ ਹੋਵੇਗੀ? ਨਾਮ ਰੂਪੀ ਸਾਬਣ, ਸ਼ਰਧਾ ਰੂਪੀ ਪਾਣੀ, ਵਿਚਾਰ ਰੂਪੀ ਅੰਗਾਲਣਾ ਇਸ ਨੂੰ। ਫਿਰ ਦੇਖੋ ਸ਼ੁੱਧ ਹੁੰਦਾ ਕਿ ਨਹੀਂ, ਕਰਕੇ ਤਾਂ ਦੇਖੋ। ਇੱਕ ਤਾਂ ਨਾਮ ਮਾਤਰ ਹੀ ਗੱਲ ਹੋਇਆ ਨਾ, ਨਾਮ ਮਾਤਰ ਤਾਂ ਨਾਮ ਮਾਤਰ ਹੀ ਹੁੰਦੀ ਆ। ਜਦ ਫਿਰ ਇਹ ਚੱਲਦਾ ਨਾ, ਉਸ ਜਦ ਫਿਰ ਉਸ ਅਵਸਥਾ ਨੂੰ ਪ੍ਰਾਪਤ ਕਰਦਾ, ਫਿਰ ਇਹਨੂੰ ਪਤਾ ਲੱਗਦਾ ਬਈ ਹਾਂ ਨਾਮ ਦੇ ਵਿੱਚ ਇਤਨੀ ਸ਼ਕਤੀ ਆ। ਮੇਰਾ ਮਨ ਜਿਹੜਾ ਮੈਲਾ ਤੀ ਇਹ ਸਾਫ਼ ਹੋਣਾ ਸ਼ੁਰੂ ਹੋ ਗਿਆ। ਜਿਸ ਤਰ੍ਹਾਂ ਆਮ ਦੁਨਿਆਈ ਨਿਆਣੇ ਪੜ੍ਹਦੇ ਨੇ, ਉਹ ਜਾਂ ਪ੍ਰਾਇਮਰੀ ਪਾਸ ਕਰਦਾ, ਕਹਿੰਦਾ ਹਾਂ ਮੈਂ ਵੀ ਹੁਣ ਚੱਲ ਗਿਆ, ਚੱਲ ਪਿਆ ਪੜ੍ਹਾਈ ਦੇ ਵਿੱਚ, ਹੌਲੀ ਹੌਲੀ ਅੱਗੇ ਨੂੰ ਜਾਵਾਂਗਾ। ਹੁਣ ਇਸੇ ਤਰ੍ਹਾਂ ਹੀ ਪਰਮਾਰਥ ਹੈ। ਉਹ ਜਿਹੜਾ ਮਨ ਹੈ ਗੁਰਮੁਖੋ, ਮਨ ਦੁਆਰਾ ਹੀ ਹਰ ਇੱਕ ਵਸਤੂ ਪ੍ਰਾਪਤ ਹੋਣੀ ਹੈ। ਇਸ ਨੂੰ ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਗੁਰਸਿੱਖ ਦੇ ਅਸੂਲ ਦੱਸਦੇ ਨੇ, ਕਰਤੱਵ। ਬਈ ਸਿੱਖ ਨੂੰ ਕੀ ਕਰਨਾ ਚਾਹੀਦਾ? ਜਿਸ ਕਰਤੱਵ 'ਤੇ ਸਿੱਖ ਨੂੰ ਮੁਕਤ ਪ੍ਰਾਪਤ ਹੋਣੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਾ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਉਹਨੇ ਸਾਡਾ ਗੁਰੂ ਕਹਿੰਦਾ ਪੜ੍ਹੋ ਪ੍ਰੇਮ ਦੇ ਨਾਲ। ਭਲਕੇ ਉੱਠ ਕੇ ਧਿਆਵੇ ਹਰੀ ਨਾਮ, ਸਿੱਖ ਜਿਹੜਾ ਸਤਿਗੁਰਾਂ ਦਾ। ਭਲਕੇ ਉੱਠ ਕੇ ਧਿਆਵੇ ਹਰੀ ਨਾਮ, ਸਿੱਖ ਜਿਹੜਾ ਸਤਿਗੁਰਾਂ ਦਾ। Hare
ਗੁਰੂ ਸਾਹਿਬ ਨੇ ਸਿੱਖ ਦੀ ਡੈਫੀਨੀਸ਼ਨ ਦੱਸੀ ਹੈ ਇੱਥੇ। ਕਰਤੱਵ ਦੱਸਿਆ ਵੀ ਸਿੱਖ ਦਾ ਕਰਨੀ ਕੀ ਹੈ। ਸਿੱਖ ਦੀ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਹੁਣ ਇਹ ਕਹਿੰਦਾ ਕੌਣ ਹੈ ਜਿਸ ਨੂੰ ਆਪਾਂ ਗੁਰੂ ਮੰਨਦੇ ਹਾਂ, ਹੈ ਵੀ ਗੁਰੂ ਹੈ। ਜਿਹੜੇ ਸਿੱਖ ਨੇ ਜਨਮ ਸਫਲਾ ਕਰਨਾ ਉਹਦੇ ਵਾਸਤੇ ਦੱਸਿਆ ਵੀ ਆਹ ਅਸੂਲਾਂ 'ਤੇ ਚੱਲੇਗਾ ਤਾਂ ਉਸ ਦਾ ਐਸੇ ਹੀ ਜਨਮ ਦੇ ਵਿੱਚ ਫੈਸਲਾ ਹੋ ਜਾਏਗਾ। ਹੁਣ ਦੇਖ ਲਓ, ਸਿੱਖ ਤਾਂ ਆਪਾਂ ਸਾਰੇ ਹੀ ਹਾਂ। ਉਦਮ ਕਰੇ ਦੱਸਿਆ ਨਾ ਹੁਣ ਗੁਰੂ ਸਾਹਿਬ ਜੀ ਨੇ, ਉਦਮ ਕਰੇ। ਬਹੁਤ ਦੁਨੀਆ ਆ ਕੇ ਕਹਿੰਦੀ ਹੈ ਜੀ ਜੇ ਪਰਮੇਸ਼ਰ ਨਾਮ ਜਪਾਊਗਾ ਤਾਂ ਜਪਾਂਗੇ। ਹੈ ਮਨ ਘਾਟਤ ਗੱਲਾਂ, ਹੈ ਮਚੱਲਪਣਾ ਲੋਕਾਂ ਦਾ। ਦੁਨੀਆ ਗੁਰੂ ਸਾਹਿਬ ਨੂੰ ਵੀ ਟਿਚਣਾ ਕਰਦੀ ਆ ਗੁਰਮੁਖ। ਹੁਣ ਗੁਰੂ ਸਾਹਿਬ ਕੀ ਕਹਿੰਦਾ? ਉਦਮ ਕਰੇ। ਆਏ ਇਨਸਾਨ ਗੁਰਸਿੱਖ ਤੂੰ ਉਦਮ ਕਰ, ਅੰਮ੍ਰਿਤ ਵੇਲੇ ਉੱਠ। ਆਹ ਪਦਾਰਥਾਂ ਨੂੰ ਭੱਜੇ ਫਿਰਦੇ ਦਿਨ ਰਾਤ, ਇਹ ਗੁਰੂ ਕਹਿੰਦਾ ਤੁਹਾਨੂੰ। ਨਾਮ ਜਪਣ ਵੇਲੇ ਤਾਂ ਗੁਰੂ ਨੂੰ ਮੂਹਰੇ ਲੈ ਲੈਣਾ ਜੀ, ਗੁਰੂ ਕਰਾਊਗਾ ਤਾਂ ਕਰਾਂਗੇ। ਇੱਕ ਪੰਗਤੀ ਜੀ ਆਪੇ ਹੀ ਘੜ ਲਈ ਬਸ। ਸਾਧ ਸੰਗਤ ਜਿਹੜੀ ਗੁਰਬਾਣੀ ਹੈ ਇਹ ਤਾਂ ਅਗਾਧ ਬਾਣੀ ਹੈ। ਮਾੜੀ ਜੀ ਪੰਗਤੀ ਲੱਜਣੀ, ਉਹਦੇ ਤੇ ਜਨਮ ਸਾਰਾ ਬਰਬਾਦ ਕਰ ਦੇਣਾ। ਬਾਣੀ ਤਾਂ ਕਹਿੰਦੀ ਆ ਉਦਮ ਕਰੇ ਭਲਕੇ ਪ੍ਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਹੁਣ ਆਪਾਂ ਕਹਿ ਦਿੰਦੇ ਹਾਂ ਜੀ ਭਜਨ ਕਰਾਊਗਾ ਤਾਂ ਕਰਾਂਗੇ, ਨਹੀਂ ਕਹਿੰਦੇ ਨੇ ਤੁਸੀਂ ਕਰਾਓ ਜੀ। ਲੈ ਸੁਣ ਲਓ ਇਹਨਾਂ ਦੀਆਂ ਗੱਲਾਂ। ਜਿਹੜਾ ਕਰਨਾ ਆਪ ਕਰਨਾ ਗੁਰਮੁਖੋ, ਆਪ ਉਦਮ ਕਰਨਾ ਪੈਂਦਾ। ਦੇਖੋ ਕਿਵੇਂ ਦੇਸ਼ ਨੂੰ ਛੱਡ ਕੇ ਪ੍ਰਦੇਸ਼ ਦੇ ਵਿੱਚ ਕਿਵੇਂ ਰਾਤਾਂ ਨੂੰ ਭੱਜੇ ਜਾਂਦੇ ਹੁੰਦੇ ਹੋ। ਜਾਂਦੇ ਨਹੀਂ ਫੈਕਟਰੀਆਂ 'ਚ ਨੂੰ, ਬੁੜੀਆਂ ਵੀ ਭੱਜੀਆਂ ਜਾਂਦੀਆਂ ਨੇ। ਕਾਹਦੇ ਤੁਹਾਨੂੰ ਉਹ ਕੌਣ ਭਜਾਉਂਦਾ? ਪਦਾਰਥ ਭਜਾਉਂਦੇ ਨੇ ਵੀ ਪਦਾਰਥ ਇਕੱਠੇ ਕਰ ਲਈਏ। ਕਾਹਦੇ? ਉਦਮ ਨਾਲ ਹੀ ਹੁੰਦੇ ਨੇ, ਭੱਜਦੇ ਉਦਮ ਹੀ ਆ ਇਹ। ਅਤੇ ਜਿਸ ਵਾਸਤੇ ਮਨੁੱਖਾ ਦੇ ਲਿਆ ਗੁਰੂ ਸਾਹਿਬ ਦਾ ਹੁਕਮ ਹੈ ਉਦਮ ਕਰੇ ਭਲਕੇ ਪ੍ਰਵਾਤੀ। ਉਹ ਨਹੀਂ ਹੈ ਕਹਿੰਦੇ, ਬਸ ਉਹ ਨਹੀਂ ਆ, ਉਹ ਲਿਖਿਆ ਹੋਇਆ ਕਹਿੰਦੇ। ਤਾਂ ਜਿਹੜਾ ਉਦਮ ਹੀ ਨਹੀਂ ਕਰਦਾ ਸਿੱਖ, ਉਹ ਨਾ ਆਸ ਰੱਖੇ ਵੀ ਮੇਰਾ ਜਨਮ ਸਫਲਾ ਹੋ ਜਾਏਗਾ। ਦੇਖਣ ਦੇ ਵਿੱਚ ਆਉਂਦਾ ਬਹੁਤ ਦੁਨੀਆ ਬੜਪਣੇ ਮਗਰ ਪੈ ਗਈ, ਬੜਪਣਾ। ਅਤੇ ਜਿਹੜਾ ਬੜਾ ਸਰਦਾਰ ਆ ਨਾ ਸਭ 'ਤੇ, ਉਹ ਕਹਿੰਦੇ ਫਿਰ 10 ਵਜੇ ਨਹਾਉਂਦਾ ਦਿਨ ਦੇ, ਬਾਹਰ ਨਿਕਲ ਕੇ ਖੜ੍ਹ ਜਾਂਦਾ। ਇੱਕ ਖੱਲੜ ਜਿਹਾ ਪਾਇਆ ਹੁੰਦਾ ਉਹਦੇ ਲੀੜੇ ਦਾ, ਬਾ ਮੂੰਹ ਦੇ ਵਿੱਚ ਬੁਰਸ਼ ਹੁੰਦਾ, ਵਿਉ ਵਰਗਾ ਲੱਗਦਾ ਖੜਾ। ਲੱਗਦਾ ਕਿਹਨੂੰ ਹੈ? ਪਰਮਾਰਥੀ ਬੰਦਿਆਂ ਨੂੰ ਲੱਗਦਾ। ਜਿਹੜੇ ਵਿਹਾਰਕ ਨੇ ਉਹਨਾਂ ਨੂੰ ਉਹ ਚੰਗਾ ਲੱਗਦਾ ਵੀ ਇਹ ਬੜਾ ਸਰਦਾਰ ਆ, ਇਹ 10 ਵਜੇ ਉੱਠਿਆ। ਲੈ ਦੇਖ ਲਓ ਕੀ ਕਰੇਗਾ ਸਰਦਾਰੀ ਨੂੰ ਤੂੰ, ਕਿੱਥੇ ਲੈ ਜਾਏਗਾ? ਸਰਦਾਰੀ ਸਰਦੂਰੀ ਸਭ ਮਿੱਟੀ 'ਚ ਮਿਲ ਜਾਣੀ ਹੈ। ਆਹ ਗੁਰੂ ਵਾਲਾ ਬਣ ਕੇ ਤੂੰ ਪਰਮੇਸ਼ਰ ਦੀ ਬੰਦਗੀ ਕਰ, ਪਦਾਰਥ ਵੀ ਤੇਰੇ ਕਿਤੇ ਜਾਂਦੇ ਨਹੀਂ ਹਨ। ਇੱਕ ਪੱਖ ਨੂੰ ਨਾ ਮੁੱਖ ਰੱਖ, ਦੋ ਪੱਖ ਰੱਖੇ ਨੇ ਗੁਰੂ ਸਾਹਿਬ ਜੀ ਨੇ। ਦੋਹਾਂ 'ਤੇ ਇੱਕੋ ਜਿਹਾ ਪਾਰੜਾ ਰੱਖ ਤੱਕੜੀ ਦਾ। ਨਹੀਂ ਪਦਾਰਥ ਹੀ ਮੰਨ ਲਿਆ ਸਭ ਕੁਛ ਦੁਨੀਆ ਨੇ। ਹੁਣ ਗੁਰੂ ਸਾਹਿਬ ਕਹਿੰਦੇ ਨੇ ਉਦਮ ਕਰੇ ਭਲਕੇ ਪ੍ਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਦੇਖ ਲਓ ਕੌਣ ਅੰਮ੍ਰਿਤ ਵੇਲੇ ਨਹਾਉਂਦਾ? ਹੁਣ ਜਿਹੜਾ ਨਹਾਉਂਦਾ ਉਹ ਤਾਂ ਠੀਕ ਹੈ, ਉਹ ਤਾਂ ਸਹੀ ਹੈ। ਜਿਹੜਾ ਨਹੀਂ ਨਹਾ ਕੇ ਇਸ਼ਨਾਨ ਕਰਕੇ ਉਦਮ ਨਾਲ ਇਸ਼ਨਾਨ ਕਰਦਾ, ਫਿਰ ਅੱਗੇ ਦੱਸਿਆ ਉਪਦੇਸ਼ ਗੁਰੂ ਦਾ ਉਪਦੇਸ਼ ਆ ਜਿਹੜਾ ਵਾਹਿਗੁਰੂ ਮੰਤਰ, ਉਹ ਜੁਗਤੀ ਦੁਆਰਾ ਉਹਦਾ ਫਿਰ ਅਭਿਆਸ ਕਰੇ। ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਜਾਪ ਇੱਕ ਹੈ, ਜਾਪ ਇੱਕ ਜਪ ਹੈ। ਅੱਗੇ ਜਾ ਕੇ ਫਿਰ ਜਦ ਇਹ ਜਾਪ ਸ਼ੁਰੂ ਕਰੇਗਾ ਜਪਾ ਵੀ ਪ੍ਰਗਟ ਹੋ ਜਾਏਗਾ। ਜੇ ਇਹਨੇ ਜਾਪ ਹੀ ਨਹੀਂ ਸ਼ੁਰੂ ਕਰਿਆ, ਜਪਾ ਕਿਵੇਂ ਪ੍ਰਗਟ ਹੋ ਜਾਏਗਾ ਇਹਦੇ ਅੰਦਰ?
ਦਾਦੇ ਨੂੰ ਵੀ ਪਰਮੇਸ਼ਰ ਦਾ ਨਾਮ ਤਾਂ ਐਵੇਂ ਹੁੰਦਾ ਇਸ ਦੇ ਅੰਦਰ ਜਿਵੇਂ ਚਸ਼ਮੇ 'ਚੋਂ ਪਾਣੀ ਨਿਕਲਦਾ ਹੁੰਦਾ। ਜਿਹਦਾ ਕਿਉਂ ਨਹੀਂ, ਸੁਣਦਾ ਕਿਉਂ ਨਹੀਂ ਆਪਾਂ ਨੂੰ? ਆਪਣੀ ਸੁਰਤ ਉੱਥੇ ਲੱਗੀ ਨਹੀਂ ਹੈ ਜੇ। ਪਦਾਰਥਾਂ ਨੂੰ ਫੜਦੀ ਹੈ, ਉਹ ਨਾਮ ਨੂੰ ਨਹੀਂ ਫੜਦੀ। ਸੁਖਮਨੀ ਸਾਹਿਬ ਦੇ ਵਿੱਚ ਦੱਸਿਆ ਗੁਰੂ ਸਾਹਿਬ ਜੀ ਨੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਪਰ ਜਿਹੜਾ ਅੰਦਰ ਨੂੰ ਸੁਰਤ ਲਿਜਾਵੇ ਉਸੇ ਨੂੰ ਪਤਾ ਲੱਗੂਗਾ, ਜਿਹੜਾ ਪਦਾਰਥਾਂ 'ਚ ਹੀ ਸੁਰਤ ਨੂੰ ਰੱਖਦਾ ਕਿ ਉਹਦੇ ਕਿਵੇਂ ਨਾਮ ਚੱਲ ਪੂਗਾ। ਅੰਦਰ ਚੱਲਦਾ ਤਾਂ ਹੈਗਾ, ਸੁਣਨੇ ਹੀ ਲੱਗ ਜਾਣਾ, ਬਸ ਸੁਣਨੇ ਹੀ ਲੱਗ ਜਾਣਾ। ਸਾਧਨਾ ਦੁਆਰਾ ਸੁਣੇਗਾ, ਐਵੇਂ ਸੁਣਦਾ ਕੋਈ ਨਹੀਂ ਹੈ ਜ਼ਰੂਰ। ਅਵਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਦੋਖ ਪਾਪ ਲੈ ਜਾਵੈ। ਕਿਲ ਵਿਖ ਪਿਛਲੇ ਪਾਪ ਇਸ ਜਨਮ ਦੇ ਕੀਤੇ ਸਾਰੇ ਦੂਰ ਹੋ ਜਾਣਗੇ। ਫਿਰ ਬਸ ਇੱਥੇ ਹੀ ਸਿੱਖ ਨੂੰ ਨਹੀਂ, ਚੜ੍ਹੇ ਦਿਵਸ ਗੁਰਬਾਣੀ ਗਾਵੈ। ਬਾਣੀ ਹੀ ਮੰਨ ਲਿਆ ਸਭ ਕੁਛ, ਬਈ ਬਾਣੀ ਹੀ ਪੜ੍ਹਨੀ ਚਾਹੀਦੀ ਹੈ। ਗੁਰੂ ਸਾਹਿਬ ਤਾਂ ਕਹਿੰਦੇ ਅਭਿਆਸ ਕਰਨਾ ਚਾਹੀਦਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਦੋਖ ਪਾਪ ਲੈ ਜਾਵੈ। ਫਿਰ ਚੜ੍ਹੇ ਦਿਵਸ, ਜਾਂ ਦਿਨ ਚੜ੍ਹ ਜਾ ਫੇਰ ਬਾਣੀ ਪੜ੍ਹਨੀ ਹੈ। ਚੜ੍ਹੇ ਦਿਵਸ ਗੁਰਬਾਣੀ ਗਾਵੈ। ਬਸ ਬਾਣੀ ਦਾ ਪਾਠ ਕਰ ਲਿਆ ਪੰਜਾਂ ਦਾ ਜਾਂ ਸੁਖਮਨੀ ਸਾਹਿਬ ਦਾ, ਬਸ ਇੰਨਾ ਹੀ ਬਹੁਤ ਹੈ। ਨਹੀਂ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਉਹ ਜਿਹੜਾ ਸਾਸ ਗਰਾਸ ਹੈ ਨਾ, ਉਹ ਹਮੇਸ਼ਾ ਚੱਲਦਾ ਰਹਿੰਦਾ ਇਨਸਾਨ ਦੇ ਅੰਦਰ। ਬਹਿੰਦਿਆਂ ਉੱਠਦਿਆਂ ਕਹਿੰਦੇ ਪਰਮੇਸ਼ਰ ਨੂੰ ਯਾਦ ਰੱਖਣਾ, ਭੁੱਲਣਾ ਨਹੀਂ ਹੈ। ਜੇ ਭੁੱਲ ਗਿਆ ਫਿਰ ਉਹ ਦੁਆਇਤ ਆ ਜੂਗੀ ਵਿੱਚ। ਦੱਸਿਆ ਵੀ ਪਰਮੇਸ਼ਰ ਦਾ ਨਾਮ ਭੁੱਲਣਾ ਨਹੀਂ ਚਾਹੀਦਾ। ਬਹਿਦਿਆਂ ਉੱਠਦਿਆਂ ਨਾਮ ਤੇ ਆਵੈ। ਫਿਰ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਸਾਸ ਗਰਾਸ ਇੱਕ ਜੁਗਤੀ ਹੈ ਗੁਰਮੁਖੋ ਨਾਮ ਜਪਣ ਦੀ। ਦੱਸਿਆ ਗੁਰਬਾਣੀ ਦੇ ਵਿੱਚ ਵੀ ਪੜ੍ਹੋ ਪ੍ਰੇਮ ਦੇ ਨਾਲ।
ਬਾਣੀ ਦੇ ਵਿੱਚ ਦੱਸਿਆ, ਸਾਸ ਸਾਸ ਸਿਮਰੋ ਗੋਵਿੰਦ, ਮਨ ਅੰਤਰ ਕੀ ਉਤਰੈ ਚਿੰਦ। ਬੀਜਾ ਸਾਸ ਗਰਾਸ ਪਰਮੇਸ਼ਰ ਦਾ ਨਾਮ ਜਪੇਗਾ, ਤੇਰਾ ਜਿਹੜਾ ਮਨ ਹੈ, ਇਹਦੀ ਚਿੰਤਾ ਜਿਹੜੀ ਜਾਂ ਮਲ ਹੈ, ਜੋ ਵਿਖੇਪ ਹੈ, ਸਾਰਾ ਦੂਰ ਹੋ ਜਾਵੇਗਾ। ਉਹ ਦੱਸਿਆ ਵੀ ਸਾਸ ਗਰਾਸ ਧਿਆਏ ਮੇਰਾ ਹਰ ਹਰ, ਹਰ ਹਰ ਕੀ ਵਾਹਿਗੁਰੂ। ਜਾਣੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਕਿਸੇ ਨਾਮ ਨਾਲ ਤਫਰਕਾ ਨਹੀਂ ਰੱਖਿਆ ਹੈ। ਸਾਰਿਆਂ ਮੱਤਾਂ ਦੇ ਨਾਮ ਆਉਂਦੇ ਨੇ ਗੁਰਬਾਣੀ ਦੇ ਵਿੱਚ। ਗੁਰਮੁਖੋ, ਆਨ ਮੱਤਾਂ ਦੇ ਵਿੱਚ ਆਪਣਾ ਨਾਮ ਨਹੀਂ ਹੈ। ਦੇਖ ਲਓ, ਗੁਰੂ ਸਾਹਿਬ ਨੇ ਕਿਸੇ ਨਾਲ ਨਹੀਂ ਤਫਰਕਾ, ਸਾਰਿਆਂ ਗਰੀਬਾਂ ਦੀ ਬਾਣੀ ਹੈ। ਸਾਰੇ ਜਿਤਨੇ ਪਰਮੇਸ਼ਰ ਦੇ ਨਾਮ ਨੇ ਸਾਰੇ ਦਰਬਾਰ ਵਿੱਚ ਲਿਖੇ ਹੋਏ ਨੇ, ਨਾਲੇ ਉਹਨਾਂ ਦੀ ਸਾਧਨਾ ਵੀ ਦੱਸੀ ਹੋਈ ਹੈ। ਦੇਖ ਲਓ, ਆਓ ਸਾਸ ਗਰਾਸ ਧਿਆਏ ਮੇਰਾ ਹਰ ਹਰ। ਪਰਮੇਸ਼ਰੋ ਨਿਰਗੁਣ ਵਾਹਿਗੁਰੂ ਇੱਕੋ ਹੀ ਹੈ, ਪਰ ਉਹਦੇ ਨਾਮ ਅਨੰਤ ਨੇ। ਗੁਰਮੁਖ ਜਿਹੜੇ ਆਦਮੀ ਨਾਮਾਂ ਪਿੱਛੇ ਹੀ ਲੜੀ ਜਾਂਦੇ ਨੇ, ਤਾਂ ਫਿਰ ਉਹ ਅਵਸਥਾ ਨਹੀਂ ਪ੍ਰਾਪਤ ਕਰ ਸਕਦੇ ਹਨ। ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ। ਉਹ ਜਿਹੜਾ ਜਪਦਾ ਉਹ ਹੈ, ਉਸ ਨੂੰ ਕਿਹਾ। ਕੋਈ ਜਪਦਾ ਆਪਣੇ ਵਿੱਚੋਂ ਜਿੰਨੇ ਬੈਠਿਆ ਹੁਣ, ਚਾਹੇ ਕੋਈ ਮਾਈ ਹੈ ਚਾਹੇ ਭਾਈ ਹੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ। ਉਹ ਜਿਹੜਾ ਸਿੱਖ ਹੈ, ਗੁਰੂ ਨੂੰ ਭਾ ਪਿਆਰਾ ਲੱਗਦਾ ਕਹਿੰਦੇ। ਸੋ ਗੁਰ ਸਿੱਖ ਗੁਰੂ ਮਨ ਭਾਵ ਹੈ। ਪਾ ਗਿਆ ਉਹਨੂੰ, ਗੁਰੂ ਨੂੰ ਪਤਾ ਲੱਗ ਗਿਆ ਗੁਰੂ ਹੈ ਸਰਵੱਗ। ਉਸ ਨੇ ਦੇਖ ਲਿਆ ਆਪਣੀ ਸਰਵੱਗਤਾ ਦੁਆਰਾ ਵੀ ਸਿੱਖ ਦਾ ਮਲ ਤੇ ਵਰਨ ਦੋਸ਼ ਦੂਰ ਹੋ ਗਿਆ, ਸਿਰਫ ਉਹ ਵਰਨ ਰਹਿ ਗਿਆ। ਅਵਰਨ ਦੋਸ਼ ਲਾ ਦੀਏ, ਇਹਦਾ ਜਿਹੜਾ ਦਵੰਦ ਪਦ ਵਾ ਉਸ ਨੂੰ ਨਾਸ ਕਰ ਦਈਏ। ਇਉਂ ਫਿਰ ਕਹਿੰਦੇ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ। ਉਹ ਸਿੱਖ ਨੂੰ ਗੁਰੂ ਉਪਦੇਸ਼ ਸੁਣਾਵੇ। ਜੀ ਉਹ ਭਜਨ ਤਾਂ ਪਹਿਲਾਂ ਵੀ ਕਰਦਾ ਸੀ, ਦੱਸਿਆ ਨਾ। ਉਦਮ ਕਰੇ ਭਲਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ ਵਿਦੇਸ਼, ਗੁਰੂ ਹਰ ਹਰ ਜਪ ਜਾਪੈ। ਜਾਪ ਤਾਂ ਉਹ ਪਹਿਲਾਂ ਵੀ ਕਰਦਾ ਸੀ, ਇਹ ਵਿਦੇਸ਼ ਕੋਈ ਹੋਰ ਹੈ? ਹਾਂ, ਇਹ ਹੋਰ ਹੈ। ਬਹੁਤ ਉਪਦੇਸ਼ ਨੇ ਬਾਣੀ ਦੇ ਵਿੱਚ ਸਾਧ ਸੰਗਤ, ਅਵਸਥਾ ਅਵਸਥਾ ਅਨੁਸਾਰ ਉਹ ਫਿਰ ਲਾਗੂ ਹੁੰਦੇ ਨੇ। ਜਿਹੜੇ ਪਾਪੀ ਨੇ ਉਹਨਾਂ ਨੂੰ ਭਿਆਨਕ ਬਾਣੀਆਂ ਹੀ ਲਾਗੂ ਹੋਊਗੀ ਪਹਿਲਾਂ। ਜਿਹਨਾਂ ਦਾ ਮਨ ਸਾਫ਼ ਆ ਉਹਨਾਂ ਨੂੰ ਰੌਚਕ ਬਾਣੀ ਲਾਗੂ ਹੋਵੇਗੀ। ਜਿਹੜੇ ਅੱਗੇ ਚਲੇ ਗਏ ਉਹਨਾਂ ਨੂੰ ਫਿਰ ਇਹ ਗੱਲ ਆਉਣੀ ਆ, ਐਵੇਂ ਨਹੀਂ ਆਵੇਗੀ। ਉਹਨੇ ਅਭਿਆਸ ਕਰਕੇ, ਜਿਸ ਤਰ੍ਹਾਂ ਐਮ.ਏ. ਦੀ ਡਿਗਰੀ ਕਰਕੇ 3 ਸਾਲ ਲਾ ਕੇ ਉਸਨੇ ਫਿਰ ਵਸ ਆ ਜਾਣਾ, ਡਾਕਟਰ ਵਸ ਬਣ ਜਾਏਗਾ ਡਾਕਟਰ। ਉਹਨੂੰ ਕੋਈ ਰੋਕ ਨਹੀਂ ਸਕਦਾ, ਪੜ੍ਹਾਈ ਸਾਹਮਣੇ ਪਈ ਹੈ। ਉਸ ਦਾ ਜੋ ਕੀਤਾ ਹੋਇਆ ਨਾ ਸਾਰਾ ਕਾਗਜ਼ਾਂ ਦੁਆਰਾ, ਜਿਹੜੀ ਵਸਤੂ ਮਿਲਦੀ ਆ, ਜਿਹੜਾ ਦਿੰਦਾ ਜਦ ਉਸ ਦੇ ਅੱਗੇ ਰੱਖਣੀ ਹੈ, ਉਸਨੇ ਬਸ ਸਟੈਂਪ ਹੀ ਲਾ ਦੇਣਾ। ਪਤਾ ਉਹਨੂੰ ਵੀ ਇਹਦੇ ਸਾਰੇ ਫਾਈਲ ਆ, ਕਾਗਜ਼ ਪੂਰੇ ਹੋਏ ਨੇ ਸਾਰੇ। ਇਸੇ ਤਰ੍ਹਾਂ ਹੀ ਗੁਰੂ ਹੈ। ਜਦ ਸਾਧਨਾ ਕਰਦਾ ਕਰਦਾ ਸਿੱਖ ਦਾ ਮਲ ਦੋਸ਼ ਤੇ ਵਰਨ ਬਖਸ਼ੇਪ ਦੋਸ਼ ਦੂਰ ਹੁੰਦਾ ਨਾ, ਫਿਰ ਵਰਨ ਰਹਿ ਜਾਂਦਾ ਬਾਕੀ। ਗੁਰੂ ਫਿਰ ਖੁਸ਼ ਹੋ ਜਾਂਦਾ ਉਹਦੇ ਵੀ, ਇਸ ਦਾ ਵੀ ਲਾ ਕੇ ਭੇਦ ਕਰ ਦਈਏ ਇਹਨੂੰ। ਜਾਣੀ ਗੁਰੂ ਦੇ ਵਿੱਚ ਆਪਣੇ ਵਿੱਚ ਭੇਦ ਕਰ ਲਈਏ ਇਸ ਨੂੰ। ਉਹ ਕਿਹੜਾ ਉਪਦੇਸ਼ ਹੈ? ਜੀਵ ਔਰ ਆਤਮਾ ਦੋ ਚੀਜ਼ਾਂ ਨੇ ਗੁਰਮੁਖੋ। ਇੱਕ ਜੀਵ ਆ, ਇੱਕ ਆਤਮਾ। ਹੁਣ ਆਪਾਂ ਆਪਣੇ ਆਪ ਨੂੰ ਜੀਵ ਮੰਨਦੇ ਹਾਂ, ਆਤਮਾ ਨਹੀਂ ਮੰਨਦੇ ਹਾਂ। ਮੰਨੇ ਨਹੀਂ ਸਕਦੇ, ਆਪਣੀ ਗੱਠ ਨਹੀਂ ਖੁੱਲ੍ਹੀ। ਜਿੰਨਾ ਚਿਰ ਜਿਹੜੀ ਚੀਜ਼ 'ਤੇ ਸ਼ਰਧਾ ਨਾ, ਜਦ ਉਹਦਾ ਉਪਦੇਸ਼ ਮੰਨੇਗਾ ਫਿਰ ਇਹਦੀ ਗੱਠ ਖੁੱਲ੍ਹੇਗੀ। ਨਹੀਂ ਖੁੱਲ੍ਹਣੀ, ਪੜ੍ਹਿਆ ਵੀ ਨਹੀਂ ਖੁੱਲ੍ਹਦੀ ਹੈ। ਇਉਂ ਦੱਸਿਆ ਵੀ, ਦੱਸਿਆ ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਉਹ ਬਰਮ ਜੀਵ ਦੀ ਏਕਤਾ ਦੇ ਜਿਹੜੇ ਬੋਧਕ ਵਚਨ ਨੇ ਨਾ,
ਉਹ ਫਿਰ ਗੁਰੂ ਸਿੱਖ ਨੂੰ ਸੁਣਾਉਂਦਾ ਇਸ ਦਾ ਜਿਹੜਾ ਜੀਪਣਾ ਲਾ ਕੇ ਇਸ ਨੂੰ ਫਿਰ ਆਤਮਾ ਦੇ ਵਿੱਚ ਲਾਇਆ ਕਰਦਾ। ਜਿਹੜਾ ਐਂ ਹੋ ਗਿਆ ਕਰਿਆ ਗੁਰੂ ਨਹੀਂ ਹੈ, ਉਹਦੀ ਸਾਧਨਾ ਗੁਰੂ ਨੇ ਮੋਹਰ ਲਾਈ ਹੈ। ਮੋਹਰ ਵੀ ਉਸੇ ਦੇ ਲੱਗੂ ਜਿਹਦੀ ਸਾਧਨਾ ਕਰੀ ਹੋਈ ਆ, ਜਿਹਦੀ ਫਾਈਲ ਪਿੱਛੋਂ ਪੂਰੀ ਆਉਂਦੀ ਨਾ ਸਾਰਿਆਂ ਅਫਸਰਾਂ ਦੇ, ਉਹੀ ਆ ਕੇ ਸਟੈਪ ਦੇ ਲਾਇਕ ਹੋਵੇਗੀ। ਜੇ ਅਧੂਰੀ ਹੈ ਚਲਾ ਕੇ ਮਾਰੂ, ਕਦੇ ਨਹੀਂ ਲਾਵੇਗਾ। ਇੱਥੇ ਦਾ ਅਸੂਲ ਬਹੁਤ ਹੀ ਪੱਕੇ ਨੇ। ਅਜੇ ਉੱਧਰ ਤਾਂ ਮਾੜਾ ਮੋਟਾ ਕਰ ਹੀ ਲੈਂਦੇ ਆਪਾਂ, ਢੈਲਾ ਪੈਸੇ ਪੂਸੇ ਦੇ ਕੇ। ਇਹ ਪੈਸੇ ਵੀ ਨਹੀਂ ਲੈਂਦੇ ਹਨ ਤਾਂ ਚੰਗੇ ਹੂੰ ਇਹ, ਤਾਂ ਹੀ ਲੋਕ ਸਿੱਧੇ ਰਹਿੰਦੇ, ਨਹੀਂ ਰਹਿੰਦੇ ਨਹੀਂ ਹੁੰਦੇ ਗੁਰਮੁਖ। ਜੇ ਬੋਲੇ ਦੂਣਾ ਦੇਖ ਲਓ, ਆਪਣੇ ਹੇਰਾ ਫੇਰੀ ਹੋ ਜਾਂਦੀ ਆ ਉੱਧਰ, ਇਹ ਨਹੀਂ ਹੇਰਾ ਫੇਰੀ ਕਰਨ ਦਿੰਦੇ। ਤਾਂ ਹੀ ਇੱਧਰ ਸ਼ਾਂਤੀ ਹੈ ਨਾ, ਅਸੂਲਾਂ ਕਰਕੇ। ਇਹਨਾਂ ਦਾ ਧਰਮ ਨਹੀਂ ਆਪਣੇ ਨਾਲ ਰਲਦਾ ਹੈ, ਧਰਮ ਇਹਨਾਂ ਦਾ ਪਾਪ ਰੂਪ ਹੈ ਅਤੇ ਅਸੂਲ ਇਹਨਾਂ ਦੇ ਸਤੋਗੁਣੀ ਨੇ। ਆਪਣੇ ਉੱਧਰ ਇੰਡੀਆ ਦੇ ਅਸੂਲ ਨਹੀਂ ਸਤੋਗੁਣੀ ਹਨ। ਬੜ ਬੜ ਖਾਂਦਾ ਦੂਏ ਨੂੰ ਦੂਆ, ਬਸ ਸੱਚੇ 'ਤੇ ਵੀ ਵਾਢੀ, ਝੂਠੇ 'ਤੇ ਵੀ ਵਾਢੀ, ਮੁਕੱਦਮਾ ਉੱਥੇ ਦਾ ਉੱਥੇ ਹੀ। ਉਹ ਵੀ ਕੰਗਾਲ ਕਰ ਦੇਣਾ, ਦੂਆ ਵੀ ਕੰਗਾਲ ਕਰ ਦੇਣਾ, ਮੰਗੋ ਵਾਰ ਖਾਓ। ਇਹ ਵਿਹਲੇ ਨੂੰ ਵੀ ਦਿੰਦੇ ਨੇ, ਜੇ ਬਿਮਾਰ ਹੋ ਜਾਏ ਪਾਉਂਡ ਦਿੰਦੇ ਨੇ ਵੀ ਇਹ ਵਿਚਾਰਾ ਭੁੱਖਾ ਮਰੂ। ਦੇਖੋ ਹੈ ਤਾਂ ਦਿਆਵਾਨ ਹੈ, ਇਉਂ ਆਪਣੇ ਨਹੀਂ ਹੈ। ਹਸਪਤਾਲਾਂ ਦੇ ਵਿੱਚ ਦੁਨੀਆ ਬਿਲਕਦੀ ਆ, ਕੋਈ ਟੀਕਾ ਨਹੀਂ ਲਾਉਂਦਾ ਹੈ। ਤੂੰ ਉਹਦੇ ਜੇਬ 'ਚ ਪਾ ਦੇ 4 ਰੁਪਏ, ਜਦੇ ਹੀ ਲਾ ਦੂਗਾ। ਦੱਸੋ, ਇੱਥੇ ਮਾੜਾ ਜਿਹਾ ਟੈਲੀਫੋਨ ਖਾ ਦੋ, ਜਦੋਂ ਹੀ ਮੂੰਹ ਲਾਸਿਆ ਕੀ ਉਹਦਾ ਨੂੰ, ਉਹ ਭੱਜੇ ਆਉਂਦੇ ਟਿੱਡ ਟਿੱਡ ਕਰਦੇ, ਚਾਹ ਚਟਕ ਕੇ ਲੈ ਜਾਂਦੇ ਨੇ। ਬਸ ਰਾਜੀ ਕਰਕੇ ਛੱਡਦੇ ਨੇ। ਐਨ ਭੁਲੇਖਾ ਨਹੀਂ ਰਹਿਣ ਦਿੰਦੇ ਬਿਮਾਰ ਦੇ ਵਿੱਚ। ਜਿੰਨਾ ਚਿਰ ਬਿਮਾਰੀ ਦੀ ਸਮਝ ਨਾ ਆਵੇ ਗੋਲੀ ਨਹੀਂ ਦਿੰਦੇ। ਆਪਣੇ ਜਾਓ ਟੀਕਾ ਪਹਿਲਾਂ ਹੀ ਐਂ ਹਿਲਾਉਂਦੇ ਹੁੰਦੇ ਨੇ ਖੜੇ, ਬਾ ਆਇਆ ਨਹੀਂ ਯਾਰ ਪਵਾਂ ਕਿਤੇ ਲਾ ਦਿਓ। ਸਾਡੇ ਇੱਕ ਤੀਗਾ ਉੱਥੇ ਪੁੱਠੇ ਦਾ, ਉਸ ਨੇ ਕੀ ਕਰਿਆ, ਗਿਆ ਉਹ ਮਾਈ ਜਿਹੜੀ ਟੀਕੇ ਵਾਲੀ ਤੀ ਹੋਰ ਤੀ, ਹੋਰ ਦੇ ਹੀ ਲਾਇਆ ਨਾ। ਦੇਖ ਲਓ ਇਹ ਜਿਹੇ ਨੇ ਮਹਾਰਾਜ ਜੀ ਹਕੀਮ ਨੇ ਜਿਹੜੇ, ਉਹ ਤਾਂ ਪੈਸੇ ਚਾਹੀਦੇ ਨੇ, ਟੀਕਾ ਕਿਤੇ ਲੱਗ ਜਾ। ਇਉਂ ਸਾਧ ਸੰਗਤ ਉਹ ਦੱਸਦੇ ਨੇ। ਫਿਰ ਜਿਹੜਾ ਇਹੋ ਜਿਹਾ ਸਿੱਖ ਹੈ ਨਾ, ਇਹੋ ਜਿਹਾ ਗੁਰੂ ਦਾ ਸਿੱਖ ਹੈ ਨਾ, ਉਹਦੀ ਬਾਤ ਜਿਹਦਾ ਵਰਨ ਦੋਸ਼ ਦੂਰ ਹੋ ਗਿਆ, ਉਹਦੀ ਬਾਤ ਮਹਾਰਾਜ ਜੀ ਨੇ ਸਰ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ। ਦੇਖ ਲਓ, ਸਿੱਖ ਤਾਂ ਆਪਾਂ ਸਾਰੇ ਹੀ ਹਾਂ, ਰਹਾਂਗੇ ਵੀ ਸਿੱਖ ਹੀ, ਪਰ ਅਵਸਥਾ ਆਪਣੀ ਹੌਲੀ ਹੌਲੀ ਇਹ ਆ ਜਾਏਗੀ ਜੇ ਲੱਗੇ ਰਹਾਂਗੇ। ਉਹਨੇ ਵੀ ਲੱਗ ਕੇ ਹੀ ਅਵਸਥਾ ਪ੍ਰਾਪਤ ਕਰੀ ਹੈ ਨਾ, ਮਿਹਨਤ ਕਰਕੇ। ਆਪਾਂ ਮਿਹਨਤ ਕਰ ਲਓ, ਆਪਾਂ ਨੂੰ ਆ ਜਾਏਗੀ ਅਵਸਥਾ। ਇਹ ਗੁਰੂ ਸਾਹਿਬ ਨੇ ਕਿਹਾ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ। ਜਿਹਨੇ ਆਪ ਜਪ ਕੇ ਵਰਨ ਦੋਸ਼ ਦੂਰ ਕਰਾ ਲਿਆ, ਅਵਰਾ ਨਾਮ ਜਪਾਵੇ। ਉਹ ਦੂਆਂ ਨੂੰ ਜਪਾਉਣ ਦਾ ਅਧਿਕਾਰ ਰੱਖਦਾ ਹੈ। ਲੈ ਦੇਖ ਲਓ ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਕੋਈ ਬਾਹਰਲੀ ਬਾਣੀ ਹੈ ਨਾ। ਗੁਰੂ ਸਾਹਿਬ ਇਹ ਕਹਿੰਦੇ ਪਰ ਅਵਸਥਾ ਬਹੁਤ ਮਿਹਨਤ ਨਾਲ ਪ੍ਰਾਪਤ ਹੁੰਦੀ ਆ ਗੁਰਮੁਖ। ਉਹ ਪਹਿਲਾਂ ਤੁਸੀਂ ਇੱਥੇ ਹੀ ਲੈ ਲਓ, ਥੋੜ੍ਹੀ ਜਿਹੀ ਬਾਹਰਲੀ ਗੱਲ ਹੈ ਮੋਟੀ। ਤੁਸੀਂ ਅਨਪੜ੍ਹ ਤੇ ਬਾਗ ਲੈ ਕੇ ਦਿਖਾ ਲਓ ਤਾਂ ਦਰਬਾਰ ਸਾਹਿਬ ਦਾ। ਅਨਪੜ੍ਹ ਨੂੰ ਤਾਬੇ ਬਹਾਰ ਦਿਓ, ਉਹਨੂੰ ਕਹੇ ਬਾਗ ਸੁਣਾ, ਕੀ ਸੁਣਾ ਦੂਗਾ? ਨਹੀਂ, ਹੈ ਹੀ ਨਹੀਂ ਉਹਦੇ 'ਚ ਤਾਕਤ ਹੀ ਨਹੀਂ ਸੁਣਾਉਣ ਦੀ। ਇਸੇ ਤਰ੍ਹਾਂ ਹੀ ਲੈ ਲਓ, ਹੌਲੀ ਹੌਲੀ ਗਾਹਾਂ ਨੂੰ ਚਲੇ ਜਾਓ। ਹਰ ਇੱਕ ਕਰਤੱਵ ਕਿਸੇ ਦੁਆਰਾ ਸਿੱਖਿਆ ਜਾਵੇਗਾ। ਉਹਨਾਂ ਨੇ ਵੀ ਕਿਸੇ ਕੋਲੋਂ ਸਿੱਖਿਆ ਹੀ ਹੈ, ਐਵੇਂ ਤਾਂ ਨਹੀਂ ਹੈ। ਆਓ ਇਸੇ ਤਰ੍ਹਾਂ ਉੱਥੇ ਹੀ ਲਿਆਓ ਸੁਰਤਾਂ ਨੂੰ। ਹੁਣ ਆਪਾਂ ਦੱਸਦੇ ਨਹੀਂ ਵੀ ਇਹ ਜਿਹੜਾ ਜੀਵ ਹੈ, ਜਦ ਆ ਕੇ ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਦਾ, ਇਹਦੇ ਮੱਥੇ 'ਤੇ ਪੁੱਠੇ ਲੇਖ ਲਿਖੇ ਹੁੰਦੇ ਨੇ। ਇਸ ਜਨਮ ਦੇ ਵਿੱਚ ਵੀ ਇਹ ਪੁੱਠੇ ਲੇਖ ਲਿਖ ਲੈਂਦਾ ਆਪੇ ਹੀ, ਜਾਣੀ ਪਾਪ ਜਿਹੜੇ ਨੇ। ਜਦ ਆ ਕੇ ਨਮਸਕਾਰ ਕਰਦਾ ਗੁਰੂ ਦੇ ਚਰਨਾਂ 'ਤੇ ਸ਼ਰਧਾ ਅਤੇ ਭਾਵਨਾ ਨਾਲ, ਓਪਰੀ ਓਪਰੀ ਨਹੀਂ, ਓਪਰੀ ਓਪਰੀ ਨਾਲ ਕੁਛ ਨਹੀਂ ਬਣਨਾ ਗੁਰਮੁਖੋ। ਜਿਸ ਤਰ੍ਹਾਂ 7ਵੇਂ ਪਾਤਸ਼ਾਹ ਮਹਾਰਾਜ ਜੀ, 8ਵੇਂ ਪਾਤਸ਼ਾਹ ਮਹਾਰਾਜ ਜੀ ਦਿੱਲੀ ਨੂੰ ਜਾ ਰਹੇ ਨੇ ਔਰੰਗਜ਼ੇਬ ਦੇ ਸੱਦੇ ਦਰਸ਼ਨ ਮੇਲੇ ਨੂੰ। ਉਹ ਉਹਨਾਂ ਨੇ ਕਿਹਾ ਵੀ ਅਸੀਂ ਨਾ ਦਰਸ਼ਨ ਕਰਨਾ ਨਾ ਦੇਣਾ। ਖੈਰ ਸਰਵੱਗ ਸੀ, ਕੋਈ ਜਾਣਦੇ ਸਨ ਕੌਤਕ ਵੀ ਭਾਣਾ ਉੱਥੇ ਵਰਤਣਾ ਸਰੀਰ ਦਾ। ਆਪਾਂ ਨਹੀਂ ਨਾ ਜਾਣ ਸਕਦੇ ਇਸ ਗੱਲ ਨੂੰ। ਅੰਬਾਲੇ ਦੇ ਪਾਸ ਇੱਕ ਪੰਜੋਖਰਾ ਨਗਰਾ, ਬਹੁਤ ਬੜਾ ਕਸਬਾ। ਉੱਥੇ ਜਾ ਕੇ ਕਿਉਂ ਜਾਣੀ, ਡੇਰੇ ਲਾ ਦਿੱਤੇ, ਤੰਬੂ ਲੱਗ ਗਏ, ਸੰਗਤਾਂ ਨਾਲ ਨੇ। ਸੰਗਤਾਂ ਆਉਣੀਆਂ ਸ਼ੁਰੂ ਹੋਈਆਂ, ਦੀਵਾਨ ਸਜਣੇ ਸ਼ੁਰੂ ਹੋ ਗਏ।
8ਵੇਂ ਪਾਤਸ਼ਾਹ ਮਹਾਰਾਜ ਦੀ 7.5 ਸਾਲ ਦੀ ਉਮਰ ਹੈ, ਬੱਚੇ ਨੇ ਜੇ, ਪਰ ਸਰੀਰ ਹੈ ਬੱਚਾ। ਸਾਧਨ ਜਿਹੜੀ ਅਵਸਥਾ ਨਾ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹ ਉਸੇ ਤਰ੍ਹਾਂ ਹੀ ਜੋਤ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ। ਤਾਂ ਦੀਵਾਨ ਸਜਾ, ਜਿਵੇਂ ਹੁਣ ਗੁਰੂ ਦੀ ਹਜ਼ੂਰੀ 'ਚ ਸੰਗਤ ਬੈਠੀ ਹੈ, ਚੌਰ ਹੋ ਰਿਹਾ। ਚੌਰ ਕਾਹਤੇ ਕਰਦੇ ਹਨ? ਸਿਧਾਂਤ ਵਾਹੇ ਆਪਣੇ ਗੁਰੂ ਦਾ ਗੁਰਮੁਖੋ ਚੌਰ ਕਰਨਾ, ਜਿਹੜਾ ਇਹ ਵੀ ਭਗਤੀ ਹੈ, ਜਿਹੜਾ ਚੌਰ ਕਰਨਾ ਗੁਰੂ ਸਾਹਿਬ ਨੂੰ ਸ਼ਰਧਾ ਦੇ ਨਾਲ। ਹੁਣ ਤਾਂ ਛੋਟੇ ਮਹਾਰਾਜ ਜੀ ਆਪਣੇ ਬਿਰਧ ਹੋ ਗਏ ਨਾ ਬਹੁਤੇ, ਜੇ ਤੁਸੀਂ ਇਹਨਾਂ ਨੂੰ ਚੌਰ ਕਰਦਿਆਂ ਨੂੰ ਦੇਖੋ, ਸਾਰੀ ਰਾਤ ਚੌਰ ਕਰਦੇ ਸਨ, ਚੌਰ ਨੂੰ ਰੱਖਦੇ ਨਹੀਂ ਸਨ, ਬਸ ਇਉਂ ਸੀ। ਔਰ ਇਸ ਤਰ੍ਹਾਂ ਉੱਥੇ ਸੰਗਤ ਬਾਹਰ ਪਹਿਰੇਦਾਰ ਖੜੇ ਨੇ, ਹੁਣ ਵੀ ਖੜੇ ਨੇ, ਭਾਈ ਗੁਰਦਾਸ ਜੀ ਵੀ ਬਾਹਰ ਖੜੇ ਨੇ, ਹੋਰ ਵੀ ਸੰਗਤ ਖੜੀ ਹੈ। ਤਾਂ ਇੱਕ ਪੰਡਤ ਆਇਆ, ਬਹੁਤ ਵਿਦਵਾਨ, 4 ਵੇਦਾਂ ਦਾ ਵਕਤਾ, ਜਿੰਨੇ ਵੀ ਹਨ ਸਾਰੇ 18 ਪੁਰਾਣ ਨੇ, 27 ਸਿਮਤਰੀਆਂ ਨੇ, ਇਸ ਤਰ੍ਹਾਂ ਦੇ ਇੰਜੀਲ ਤਰੋਤ ਕੁਰਾਨ ਪੁਰਾਣ, ਇਹ ਜਿਹਾ ਬਹੁਤ ਕੁਛ ਹੈ। ਪੜ੍ਹਿਆ ਜਾਣੀ ਬਹੁਤ ਬੜਾ ਵਿਦਵਾਨ ਹੈ। ਅਤੇ ਉਹਦੇ ਕੋਲ ਊਂਠ ਲੱਦਿਆ ਹੈ ਗ੍ਰੰਥਾਂ ਦਾ, ਜਿੱਤ ਕੇ ਲੋਕਾਂ ਨੂੰ ਲੈ ਆ ਵੀ ਕੋਈ ਵਿਦਿਆ। ਸਾਰੀ ਦੁਨੀਆ ਨੇ ਜੀਭਾਂ ਨੂੰ ਉਸਤਰੇ ਬਣਾਇਆ ਹੈ ਦੂਜਿਆਂ ਨੂੰ ਨਿੰਦਣ ਵਾਸਤੇ, ਆਪਣੇ ਆਪ ਨੂੰ ਇਹਨੇ ਕਦੇ ਨਿੰਦ ਕੇ ਹੀ ਨਹੀਂ ਦੇਖਿਆ। ਜਿੰਨਾ ਚਿਰ ਤੂੰ ਆਪਣੇ ਆਪ ਨੂੰ ਨਹੀਂ ਨਿੰਦਦਾ, ਤੇਰਾ ਭਲਾ ਨਹੀਂ ਹੋਵੇਗਾ। ਕਬੀਰ ਸਭ ਤੇ ਹਮ ਬੁਰੇ, ਹੈ ਨਾ ਗੁਰਬਾਣੀ ਦੇ ਵਿੱਚ, ਹਮ ਬਈ ਸਭ ਤੋਂ ਹਮ ਬੁਰਿਆਂ, ਸਾਤੋਂ ਸਾਰੇ ਹੀ ਚੰਗੇ ਨੇ, ਇਉਂ ਦੱਸਿਆ ਹੈ। ਆਓ ਉਹ ਆ ਗਿਆ, ਉਸ ਨੂੰ ਵਿਦਿਆ ਦਾ ਮਾਣ ਆ, ਜਿਹਨੂੰ ਹੰਕਾਰ ਕਿਹਾ ਜਾਂਦਾ। ਹਾਂ, ਉਸ ਨੇ ਆ ਕੇ ਦੇਖਿਆ ਬਈ 6-7 ਸਾਲ ਦਾ ਬੱਚਾ ਬੈਠਾ ਕੋਈ ਤਖਤ 'ਤੇ ਬਹਾਲਿਆ ਹੋਇਆ, ਅਤੇ 2 ਚੌਰ ਹੋ ਰਹੇ ਨੇ ਉੱਤੇ, ਬਹੁਤ ਦੁਨੀਆ ਬੈਠੀ ਆਲੇ ਦੁਆਲੇ। ਉਹ ਖੜ੍ਹ ਗਿਆ, ਸਿੱਖ ਖੜ੍ਹਾ ਸੀ, ਕਹਿਣ ਲੱਗਾ ਵੀ ਇਹ ਕੌਣ ਹੈ ਜਿਹੜਾ ਬੈਠਾ ਤਖਤ 'ਤੇ ਬੱਚਾ? ਉਹਨੇ ਦੇਖਿਆ ਨਹੀਂ ਨੇੜੇ ਹੋ ਕੇ ਵੀ ਕੀ ਹੈ ਇਹ। ਜਾਂ ਨੇੜੇ ਹੋਵੇਗਾ ਨਾ, ਉਸ ਪੰਡਤ ਦੇ ਪਾਠ ਖੁੱਲ੍ਹ ਜਾਣਗੇ, ਕਪਾਠ। ਤਾਂ ਹੀ ਨਾ ਦੁਨੀਆ ਦੂਰ ਹੀ ਕਰੀ ਜਾਂਦੀ, ਤੇ ਲਵੇ ਨਹੀਂ ਨਾ ਹੁੰਦੀ ਹੈ। ਹਮੇਸ਼ਾ ਉਸ ਦੀ ਕਰਨੀ ਦਾ, ਸ਼ਕਤੀ ਦਾ, ਬੈਠਣ ਉੱਠਣ ਦਾ ਪਤਾ ਲੱਗਦਾ ਤਦ ਜਦ ਕੋਲ ਹੋ ਕੇ ਦੇਖੇ, ਤਾਂ ਹੀ ਨਾ ਦੁਨੀਆ ਦਾ ਭਲਾ ਹੁੰਦਾ। ਖੈਰ ਉਸ ਨੇ ਪੁੱਛਿਆ ਸਿੱਖ ਨੂੰ, ਕਹਿਣ ਲੱਗਾ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਗੱਦੀ ਦੇ 8ਵੇਂ ਹਰਿਕ੍ਰਿਸ਼ਨ ਮਹਾਰਾਜ ਜੀ ਨੇ, ਹਰਿਕ੍ਰਿਸ਼ਨ ਮਹਾਰਾਜ ਜੀ ਨੇ। ਉਸ ਨੇ ਕਿ ਉਸ ਨੂੰ ਸ਼ਰਧਾ ਤਾਂ ਹੈ ਹੀ ਨਹੀਂ ਸੀ। ਕਹਿਣ ਲੱਗਿਆ ਕਿ ਕੱਲ੍ਹ ਦਾ ਬੱਚਾ, ਦੁਆਪਰ ਦੇ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਹੋਏ ਨੇ, 2 ਅੱਖਰ ਜ਼ਿਆਦਾ ਲਾ ਲਏ ਉਹਨਾਂ ਨਾਲ। ਹਰਿਕ੍ਰਿਸ਼ਨ ਮਹਾਰਾਜ ਆਪੇ ਹੀ ਸਲੋਕ ਜਾ ਘੜ ਲਿਆ, ਕਿ ਉਹ ਜਾਣਦੇ ਹੁੰਦੇ ਨੇ ਨਾ ਇਹਨਾਂ ਦਾ ਜਿਹੜਾ ਕੋਈ ਰੋਜ਼ ਦਾ ਕਰਤੱਵ ਕਰਦਾ, ਉਹ ਤੁਰਿਆ ਜਾਂਦਾ ਹੀ ਬਣਾ ਲੈਂਦਾ ਕਵਿਤਾ ਜੋ ਕੁਛ ਵੀ ਹੁੰਦਾ ਜਿਸ ਤਰ੍ਹਾਂ ਦਾ। ਜਿਹੜੇ ਪਰਮਾਰਥੀ ਬੰਦੇ ਨੇ ਉਹ ਵੀ ਕੁਛ ਬਣਾਉਂਦੇ ਨੇ, ਉਹ ਤਰੀਬ ਬਣਾਉਂਦੇ ਹਨ। ਜਿਸ ਤਰ੍ਹਾਂ ਦੱਤਾਤਰੇय ਇੱਕ ਅਵਧੂਤ ਹੋਇਆ ਮਹਾਤਮਾ, ਕਹਿੰਦੇ 22 ਗੁਰੂ ਸੀ ਉਹਦੇ। 22 ਗੁਰੂ ਨਹੀਂ ਹੁੰਦੇ, ਗੁਰੂ ਤਾਂ ਇੱਕੋ ਹੀ ਹੁੰਦੇ ਆ। ਉਹਨੇ ਸਿਕਸ਼ਾ 22 ਜਗ੍ਹਾ 'ਤੇ ਲਈ, ਬੇਸਵਾ ਤੋਂ ਵੀ ਉਹਨੇ ਸਿਕਸ਼ਾ ਲੈ ਲਈ, ਇਉਂ ਦੱਸਿਆ ਹੈ। ਉਸ ਨੇ ਸਲੋਕ ਜਾ ਕਰ ਲਿਆ ਖੜੇ ਨੇ, ਜਗਤ ਕੀ ਭੇਡਾ ਚਾਲ, ਚਲਤੇ ਕੇ ਪਾਛੇ ਚੱਲੇ ਪਰਮਾਰਥ ਨਾ ਸੰਭਾਲ, ਦੇਖੋ ਜਗ ਕੀ ਮੂੜਤਾ। ਕਹਿੰਦਾ ਦੇਖੋ ਬੱਚੇ ਦੇ ਪਿੱਛੇ ਕਿਵੇਂ ਦੁਨੀਆ ਭੱਜੀ ਫਿਰਦੀ ਹੈ, ਭੇਡਾ ਚਾਲ ਹੈ। ਭੇਡ ਜੇ ਇੱਕ ਸੂਏ 'ਚ ਡਿੱਪੇ, ਸਾਰੀਆਂ ਉੱਥੇ ਹੀ ਡਿੱਗਣੀਆਂ। ਉਹਨਾਂ ਨੂੰ ਗਿਆਨ ਨਹੀਂ ਵੀ ਇਹ ਖੂਹ ਹੈ ਜਾਂ ਸੂਹ ਹੈ। ਇੱਧਰ ਜੂਬੀ ਕੰਨੀ ਦੱਸਦੇ ਨੇ, ਇੱਕ ਟਰੱਕ ਵਾਲਾ ਆਉਂਦਾ ਅਤੇ ਇੱਕ ਪੇਟ ਮੂਹਰੇ ਆ ਕੇ ਸਾਰਾ ਇੱਜੜ ਹੀ ਦਲਤਾ ਉਹਨੇ। ਬਾਈ ਗਈਆਂ ਭੱਜ ਕੇ ਮੂਹਰੇ, ਰੋਕਦਿਆਂ ਸਾਰਾ ਇੱਜੜ ਦਲਤਾ। ਇਹ ਦੱਸਿਆ ਵੀ ਭੇਡਾ ਚਾਲ, ਪਰ ਸਿੱਖ 'ਤੇ ਨਾ ਇਹ ਗੱਲ ਚਲੀ ਗਈ। ਫਿਰ ਕਹਿਣ ਲੱਗਾ ਮੈਂ ਮੰਨ ਲਾਂਗਾ ਵੀ ਹਾਂ, ਹਰਿਕ੍ਰਿਸ਼ਨ ਮਹਾਰਾਜ ਜੀ ਨੇ ਇੱਕ ਗੀਤਾ ਦੇ ਸਲੋਕ ਦੇ ਅਰਥ ਕਰਕੇ ਮੈਨੂੰ ਇਹ ਸੁਣਾ ਦੇਣ। ਅਰਥ
ਸਿੱਖ ਕਹਿੰਦਾ ਪੰਡਤ ਜੀ ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਹੈ, ਤਾਂ ਕੁੱਤਿਆਂ 'ਤੇ ਵੀ ਅਰਥ ਕਰਾਏ ਨੇ, ਕਰਾਏ ਤੀ ਨਾ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਉਹਨਾਂ ਦਾ ਹੀ ਸੰਬੰਧੀ ਤੀ, ਨਾਲੇ ਕੁੱਤਾ ਮਰਿਆ ਪਿਆ ਸੀਗਾ। ਉਹ ਪੰਡਤ ਉਹਦਾ ਨਾਂ ਲੈ ਕੇ ਮਹਾਰਾਜ ਕਹਿੰਦੇ ਵੀ ਇਹਨਾਂ ਨੂੰ ਨੁੱਤਰ ਕਰਦੇ, ਉੱਠ ਕੇ ਬਹਿ ਗਿਆ। ਇਹ ਹੁਣ ਦੱਸਿਆ। ਉਹ ਕਹਿਣ ਲੱਗਾ ਮੈਨੂੰ ਇੱਕ ਸ਼ਲੋਕ ਦੇ ਅਰਥ ਕਰ ਦੇਣ। ਕਹਿੰਦੇ ਖੜ ਜਾ ਇੱਥੇ। ਸਿੱਖ ਗਿਆ, ਨਮਸਕਾਰ ਕਰੀ, ਸਾਰੀ ਗੱਲ ਦੱਸੀ ਮਹਾਰਾਜ ਜੀ। ਉਹ ਪੜ੍ਹਿਆ ਬਹੁਤ ਲੱਗਦਾ, ਪਰ ਅੰਬਲ ਤੋਂ ਫੋਕਾ ਲੱਗਦਾ। ਤਾਂ ਹੀ ਦੱਸਿਆ ਗੁਰਬਾਣੀ ਦੇ ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰ। ਸਾਰਿਆਂ 'ਤੇ ਨਹੀਂ ਆਏ, ਜਿਹਨੂੰ ਹੈ ਉਹਦੇ 'ਤੇ ਹੈ। ਜਿਹੜੇ ਅੰਬਲ ਕਰਦੇ ਨੇ ਵਿੱਦਿਆ 'ਤੇ, ਉਹਨਾਂ 'ਤੇ ਲਾਗੂ ਨਹੀਂ ਆਏ ਗੱਲ। ਮਹਾਰਾਜ ਜੀ ਆਪ ਦਾ ਬਿਰਦ ਵਿਦਿਆ ਕਰਕੇ ਜਲਦਾ ਵਿਚਾਰਾ, ਕਿਰਪਾ ਕਰੋ ਉਸ ਨੂੰ ਸ਼ਾਂਤ ਮਿਲ ਜਾਵੇ। ਤਾਂ ਗੀਤਾ ਦੇ ਕਹਿੰਦਾ ਸ਼ਲੋਕ ਦੇ ਅਰਥ ਕਰਕੇ ਦੱਸ ਦੇਣ। 8ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਜਾਵੇ ਲਿਆ ਉਸ ਨੂੰ। ਆ ਗਿਆ, ਆ ਕੇ ਸ਼ਰਧਾ ਤਾਂ ਹੈ ਹੀ ਨਹੀਂ ਸੀ ਨਾ, ਉਹਦਾ ਬੱਚਾ ਸਮਝਦਾ ਸੀ। ਓਪਰੀ ਨਮਸਕਾਰ ਕਰੀ ਬੈਠ ਗਿਆ। ਪਰ 8ਵੇਂ ਪਾਤਸ਼ਾਹ ਮਹਾਰਾਜ ਜੀ ਮਰਜ਼ਾਦਾ ਪੁਰਸ਼ੋਤਮ, ਬਹੁਤ ਆਦਰ ਕਰਿਆ ਪੰਡਤ ਦਾ। ਆਓ ਪੰਡਤ ਜੀ ਸੁਣਾਓ ਜੀ, ਕਿੱਧਰੋਂ ਆਇਆ, ਕਿੱਧਰ ਨੂੰ ਜਾਣਾ, ਕੋਈ ਸੇਵਾ ਦੱਸੋ, ਬੈਠੋ। ਬੈਠ ਗਿਆ। ਉਹ ਅੰਦਰ ਉਹੀ ਹੈ ਰੰਗੜਾਊ, ਉਹਦੇ ਉਹੀ ਰੰਗੜਾਊ ਹੈ। ਕਈ ਮਹਾਂਪੁਰਸ਼ਾਂ ਕੋ ਵੀ ਆਉਂਦੇ ਨੇ ਪ੍ਰੇਮੀ ਰੰਗੜਾਊ ਜਿਹਾ ਲੈ ਕੇ, ਬਸ ਫਾਇਦਾ ਤਾਂ ਕੀ ਉਠਾਉਣਾ ਗੁਰੂ ਕੋ, ਸਮਾਂ ਹੋਰ ਹੀ ਕੁਛ ਹੋ ਜਾਂਦਾ ਹੈ। ਹੁਣ ਟਾਈਮ ਹੋ ਗਿਆ, ਕੱਲ੍ਹ ਨੂੰ ਫਿਰ ਸ਼ੁਰੂ ਕਰਾਂਗੇ। ਨਮਸਕਾਰ ਆ ਨਾ ਜਿਹੜੀ, ਇਹ ਸ਼ਰਧਾ ਦੇ ਨਾਲ ਕਰਨੀ ਚਾਹੀਦੀ ਆ। ਫਿਰ ਜਿਹੜੇ ਪੁੱਠੇ ਲੇਖ ਨੇ ਨਾ ਉਹ ਸਿੱਧੇ ਹੁੰਦੇ ਨੇ, ਜਾਂ ਜਵੇਂ ਹੀ ਹਟ ਜਾਣਗੇ, ਜਾਂ ਗੁਰੂ ਲਿਖੇ ਹੀ ਦੇਵੇਗਾ ਜੇ ਨਹੀਂ ਆ। ਗੁਰੂ ਸਰਵਾਗੋ ਨਾ ਤਾਕਤ ਆ ਉਹਦੇ ਵਿੱਚ ਸਾਧ ਸੰਗਤ। ਜੇ ਗੁਰੂ ਲਿਖਦਾ ਢਾਹ ਵੀ ਦੇਵੇਗਾ, ਇਹ ਵੀ ਉਹਦੇ 'ਚ ਸਰਵਗਤਾ ਹੁੰਦੀ ਆ। ਹੁਣ ਆਨੰਦ ਸਾਹਿਬ ਦੇ ਵਿੱਚ ਬੋਲੋ। ਇੱਕੋ ਹੀ ਦੀਵਾਨ ਰਹਿ ਗਿਆ ਤੁਹਾਡਾ ਕੱਲ੍ਹ ਦਾ ਹੀ ਬਸ, ਕਿਉਂ ਟਾਈਮ ਇੱਕੋ ਹੀ ਮਹੀਨਾ ਦੀ। ਸਾਰਿਆਂ ਨੂੰ ਤਾਂ ਆਇਆ ਵੀ ਨਹੀਂ, ਤੁਹਾਨੂੰ ਤਾਂ 3 ਦਿਨ ਮਿਲੇ ਹੀ ਗਏ। ਪ੍ਰੇਮੀਆਂ ਨੇ ਪਾ ਕਰਿਆ, 3 ਮਿਲ ਗਏ, ਜਿਹੜਿਆਂ ਨੇ ਨਹੀਂ ਕਰਿਆ ਉਹ ਰਹਿ ਗਏ। ਆਓ ਇੱਥੇ ਕੋਈ ਲਾਲਚ ਨਹੀਂ ਆ ਗੁਰਮੁਖੋ। ਮਹਾਤਮਾ ਤਾਂ ਸੰਗਤਾਂ ਦੇ ਭਲੇ ਵਾਸਤੇ ਆਉਂਦੇ ਹੁੰਦੇ ਨੇ। ਮਾਇਆ ਤਾਂ ਮਹਾਂਪੁਰਸ਼ਾਂ ਦੇ ਪਿੱਛੇ ਪਿੱਛੇ ਫਿਰਦੀ ਹੁੰਦੀ ਹੈ। ਦੁਨੀਆ ਤਾਂ ਮਾਇਆ ਵਾਸਤੇ ਆਉਂਦੀ ਹੈ ਨਾ, ਇੱਥੇ ਨਾ ਮਾਇਆ ਵਾਸਤੇ ਨਹੀਂ ਮਹਾਤਮਾ ਆਉਂਦੇ ਹੁੰਦੇ। ਉਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੰਦੇਸ਼, ਜੋ ਬਾਣੀ ਦੀ ਹਕੀਕਤ ਆ ਉਹ ਦੱਸਣ ਵਾਸਤੇ ਆਉਂਦੇ ਹੁੰਦੇ ਹਨ। ਆਨੰਦ ਸਾਹਿਬ ਦੇ ਵਿੱਚ ਬੋਲੋ, ਉਸ ਤੋਂ ਬਾਅਦ ਗੁਰੂ ਸਤੋਤਰ ਦੇ ਵਿੱਚ ਬੋਲਾਂਗੇ, ਉਸ ਤੋਂ ਬਾਅਦ ਗੁਰੂ ਅੱਗੇ ਅਰਦਾਸ ਕਰਾਂਗੇ, ਫਿਰ ਗੁਰੂ ਦਾ ਹੁਕਮਨਾਮਾ ਸੁਣਾਂਗੇ, ਫਿਰ ਪ੍ਰਸ਼ਾਦ ਲੈ ਕੇ ਆਪੋ ਆਪਣੇ ਘਰਾਂ ਨੂੰ ਜਾਵਾਂਗੇ। ਸਵੇਰ ਦਾ ਦੀਵਾਨ ਤੁਹਾਡਾ ਰਹਿੰਦਾ। ਪੜ੍ਹੋ ਪ੍ਰੇਮ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਕਾਰੇ,
ਤੁਮ ਪਹਿਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਹਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਸੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਸੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਪਿਆਰਿਆ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਕਿਰਪਾ ਕਰੋ ਕੀਤੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰ ਹੋ ਕੋਈ ਮਾਟੀ ਦਾ ਪਿਆ ਤੋ ਪੈ ਸੁਆਮੀ ਮਾ ਸਿੱਧੀ ਦਾ ਤੂੰ ਇਹੀ ਇਨੇ ਦਾ ਬਲਵਾਦ ਹਾਰਾ ਦੋਕੇ ਹੰਤਾ ਸੁਪਰਾਸ ਤਾਗੋ ਬਿਨਾ ਕੋ ਲਾਗੈ ਜਾਂ ਕੀ ਪਾਇਆ ਗੈ ਅਰਦਾਸ ਅਰਦਾਸ ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਕੀ ਸਹਾਇ ਵਾਸ੍ਰੀ ਭਗਤੀ ਦੀ ਪਾਤਸ਼ਾਹੀ ਦਸਵੇਂ ਵਿਤਮ ਗੁਰੂ ਕੀ ਸੁਨਤੇ ਗੁਰੂ ਨਾਨਕ ਲੈ ਕੇ ਆਏ ਅੰਗਦ ਦੇ ਗੁਰੂ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ श्री हरिकृष्ण ध्याय जय कई शब्द को जाय एक बहादुर शिवलिया धर्म दया बंधाय सब ताई होई सहाय सब ताई होई सहाय दसवें पिता संतन श्री गुरु गोविंद सिंह साहिब द्वितीय बजावा विश्व शेरे पिता मुक्ते दाते दो जहान वाली सर्वं सदानी सब ताई होई सहाय दसों पाठ शुरू हाजरा हजू जहाजू सर्व कला परतू नाम वाणी के गोहिन काजरी जीवा ते उधार जावदी जो तंग तंग
ਸਾਹਿਬ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਪਾਵਨ ਪਾਠ ਦਾ ਸੁਨਿਧਾਨ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਬੋਲੋ ਜੀ ਸ੍ਰੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਸ਼ਹੀਦਾਂ ਮਰੀਦਾਂ ਹੱਟੀਆਂ ਜੱਟੀਆਂ ਸੱਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਤੇ ਨਟ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਬੋਲੋ ਜੀ ਸ੍ਰੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘੀਆਂ ਝੰਗੀਆਂ ਨੇ ਧਨ ਹੇਠ ਸੀਸ ਦਿੱਤੇ ਚਾਦਰੀਆਂ ਦੇ ਚੜੇ ਭਗਵਾਨ ਕਟਵਾਏ ਸਿਰਾਂ ਦੀਆਂ ਕੋਕਰੀਆਂ ਲੋਹਾਈਆਂ ਤਾਲੀਆਂ ਰਿਆਂ ਚਰਵਾਏ ਉਪਲੀਆਂ ਦੇ ਕੰਚ ਵਾਲੇ ਗਏ ਸਿੱਕੀ ਸਰ ਕੇ ਸੰਸਵਾਸਨ ਸੰਭਾਇਆ ਧਰਨੀ ਹਾਰਿਆ ਆਪ ਜੀ ਦੇ ਭਾਣੇ ਨੂੰ ਮਿਠਾ ਕਰਕੇ ਮੰਨਿਆ ਸਮੂਹ ਸ਼ਹੀਦ ਸਿੰਘਾਂ ਸਿੰਘੀਆਂ ਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਬੋਲੋ ਜੀ ਸ੍ਰੀ ਵਾਹਿਗੁਰੂ। ਪਹਿਲੋਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਤਿਆਵਨ ਦਾ ਸਰਗਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਾਮ ਦੇਵ ਤੇ ਫਤਿਹ ਦਰਦ ਕੀ ਬੈਨ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਪੰਜਾਬ ਦਾ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਬੋਲੋ ਜੀ ਸ੍ਰੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਕਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ। ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾ ਨਾਮ ਦਾ ਕੇਸ ਦਾ ਰਹਿਤਾ ਮੋਹਿਤ ਦਾ ਭਰੋਸਾ ਦਾ ਦਾਣਾ ਸੁਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸੁਨਾਮ ਚੌਕੀਆਂ ਝੰਡੇ ਗੁੰਗੇ ਜੁਗੋ ਜੁਗਾਂ ਧਰਤਾ ਲਿਆ ਕਾਲ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਬੋਲੋ ਜੀ ਸ੍ਰੀ ਵਾਹਿਗੁਰੂ। ਇਹ ਤਨ ਬਤਨ ਤਮ ਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਗਰੀ ਹੈ ਸੱਚੇ ਪਿਤਾ ਮਿਹਰਾਂ ਦੇ ਸਾਈਂ आप जी ने उठे आसरा लेके आप जी संत ने कदर होकर गई शाम दे दीवान से जाए हम दीवान में चला ही पानी दे कीर्तन होए हम और विचारा हुई हम विचारा कर दिया कीर्तन कर दिया हुई भुला बख्श ले हम अगे वास्ते अपने करो सोची ते सुमत बख्शिश करनी बाणी बड़ी सुनी सचखंड प्रवान करनी बाणी का भाव साथ संग करदियां कुरसोना सच्चे पिता जो माई भाइयां दे दाते तरफने ते हाजिर होई सब दियां हाजरियां कर प्रवान करनियां अपने धर्म दरौना धर्म की दात बख्शिश करनी सराज दे काज रास करनी सच्चे पिता कर्ज की जीवन साडे ओगना नुआ चितावना जैसे बात भाई सिपाही ਲੱਖ ਬਰਾਤ ਕਮਾਵੇ ਤਾਰੂ ਦੇ ਝਟਕੇ ਮੋਹ ਭਾਤੀ ਬਹੁਤ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੈ ਮਾਰ ਪਾਵੇ ਸੱਚੇ ਪਿਤਾ ਸਹੀ ਮਾਰ ਤੇ ਚਲੋ ਇਸਮਤ ਬਖਸ਼ਿਸ਼ ਕਰਨੀ ਸੰਗਤ ਵੱਲੋਂ ਸ਼ਾਮੇ ਦੀਵਾਨ ਦੀ ਖੁਸ਼ੀ ਅੰਨਾ ਅੰਮ੍ਰਿਤ ਕੜਾ ਪ੍ਰਸਾਦੀ ਦੇ ਹਾਜ਼ਰ ਹੈ ਜੇ ਆਪ ਜੀ ਦੇ ਦਾਤੇ ਪ੍ਰਵਾਨ ਹੋਵੇ प्रभाव होया प्रसाद साखते दुआते जो दोषते जो आपकी दा श्वास नाम जपे हे गुरु प्यारे मेलो जन्म में आपकी दा नाम जपते आवे नाम जन्म करती करा तेरे पानी समर्थ नावना वाहिगुरू जी का खालसा वाहिगुरू जी दुला आज्ञा कही अकाल की नमी चलायो मंत साक्षी कर को हुक्म है गुरु मानो ग्रंथ गुरु ग्रंथ की मानो पढ़ दे जो प्रभु गो तो है
सगली मेरा अंदर ठंडा और दर्शन दे प्रधानी सतनाम दियो मन तन